सतनाम वाहिगुरु साहिब जीओ। राग गुजरी महला पंजवा। काहे रे मन चितवह उद्दम, जा आहर हर जियो परया। सैल पत्थर मह जंत उपाए, तांका रिजक आ गए कर धरिया। काहे रे मन चितवह उद्दम, जाया हर हर जियो परया। सैल पत्थर मह जंत उपाए, तांका रिजक आगे कर धरिया। मेरे माधो जी सत संगत मिले सो तरया। गुर प्रसाद परम पद पाया, सूके काष्ट हरिया रहाओ। जनन पिता लोक सुत बनता, कोई न किसकी धरिया। सिर सिर रिजक संभाहे ठाकुर, काहे मन भौ करया। ऊडे ऊड आवे सै कोसा, तिस पाछै बचरे छरिया। तिन कवन खलावै कवन चुगावै, मन मह सिमरन करया। सब निधान दस अष्ट सिधान, ठाकुर कर तल धरिया। जन नानक बल बल सद बल जाइए, तेरा अंत न पारा वरिया। सब निधान दस अष्ट सिधान, ठाकुर कर तल धरिया। जन नानक बल बल सद बल जाइए, तेरा अंत ना पारा वरिया। वाहिगुरु जी का खालसा, वाहिगुरु जी की फतेह। दसां पातशाहियां दे प्रतख स्वरूप गुरता गद्दी ते शोभायमान सतगुरु श्री गुरु ग्रंथ साहिब महाराज हजूर दे चरनां विच पहुंचे सत्कारयोग सतसंगी जनों, अज दा लड़ीवार शब्द गुजरी राग विच पंजवें पातशाह गुरु अर्जन देव महाराज जी द्वारा उचारण किया होया। इस शब्द विच सतगुरु सच्चे पातशाह जी ने मनुखी मन की चिंता का वर्णन किया है, जो कि ये मन दिन रात अपनी जिंदगी के निर्वाह वास्ते हर रोज चिंतित रहिंदा है। और ये अज्ञानता वश सारी ही उम्र सारा ही वक्त एक चिंता विच गुजारना शुरू कर देंदा है कि ये संसारक मेरा जीवन किवें चलेगा, मेरा निर्वाह किवें होवेगा, मेरा गुजारा किवें चलेगा। जे इस जगत की रचना वल वेख्या जाए ते सारे जगत के जीव
ਆਪਣੇ ਉਦਮ ਨਾਲ ਨਹੀਂ ਚੱਲ ਰਹੇ। ਸਾਰੇ ਜੀਵਾਂ ਨੂੰ ਚਲਾਉਣ ਵਾਲੀ ਇੱਕ ਮਹਾ ਸ਼ਕਤੀ, ਵੱਡੀ ਤਾਕਤ ਇਹਦੇ ਪਿੱਛੇ ਖੜੀ ਹੈ। ਜਿਵੇਂ ਉਦਾਹਰਨ ਦੇ ਤੌਰ ਤੇ ਦੇਖਿਆ ਜਾਏ, ਜਨਮ ਤੋਂ ਪਹਿਲਾਂ ਮਨੁੱਖ ਦੇ ਕੋਲ ਕੋਈ ਬੁੱਧੀ ਨਹੀਂ ਸੀ, ਕੋਈ ਉਦਮ ਨਹੀਂ ਸੀ, ਕੋਈ ਦਿਮਾਗ ਨਹੀਂ ਸੀ। ਜਨਮ ਤੋਂ ਪਹਿਲੇ 10 ਮਹੀਨੇ ਜਿਹੜੇ ਇਹਨੇ ਗੁਜ਼ਾਰੇ ਹਨ ਮਾਂ ਦੇ ਸਰੀਰ ਵਿੱਚ, ਉੱਥੇ ਆਪਣਾ ਪ੍ਰਬੰਧ ਨਹੀਂ ਸੀ ਕਰ ਸਕਦਾ, ਆਪਣੀ ਪਾਲਣਾ ਆਪ ਨਹੀਂ ਸੀ ਕਰ ਸਕਦਾ। ਇਹ ਇੱਕ ਬੜੀ ਵੱਡੀ ਉਦਾਹਰਨ ਹੈ ਕਿ ਮਨੁੱਖ ਪਰਮਾਤਮਾ ਦੇ ਅਧੀਨ ਹੈ। ਉਹ ਉਹਦੇ ਹੱਥਾਂ ਵਿੱਚ ਹੈ ਤੇ ਉਹਦੀ ਚਿੰਤਾ ਵੀ ਕਰਦਾ ਹੈ ਔਰ ਉਹਦੀ ਪਾਲਣਾ ਵੀ ਕਰਦਾ ਹੈ। ਜਨਮ ਤੋਂ ਪਹਿਲਾਂ ਸਾਡੇ ਸਰੀਰ ਦੀ ਖੁਰਾਕ ਮਾਂ ਦੇ ਰਾਹੀਂ ਸਾਨੂੰ ਪਹੁੰਚਾਣੀ, ਇਹ ਅਕਾਲ ਪੁਰਖ ਵਾਹਿਗੁਰੂ ਦੀ ਇੱਕ ਬਹੁਤ ਵੱਡੀ ਕਲਾ ਹੈ, ਜਿੱਥੇ ਸਾਡੀ ਨਾ ਸਮਝ ਕੰਮ ਕਰਦੀ ਹੈ, ਨਾ ਸਾਡਾ ਦਿਮਾਗ, ਨਾ ਸਾਡੇ ਉਪਰਾਲੇ, ਕੁਝ ਵੀ ਕੰਮ ਨਹੀਂ ਕਰਦਾ। ਉੱਥੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਕਿ ਤੇਰੇ ਜੀਵਨ ਨੂੰ ਕੌਣ ਚਲਾ ਰਿਹਾ ਹੈ। ਇਹਦਾ ਸਿਰਫ ਅੱਜ ਦੇ ਸ਼ਬਦ ਦਾ ਭਾਵ ਇੰਨਾ ਹੈ ਕਿ ਮਨੁੱਖੀ ਮਨ ਜਿੰਨਾ ਚਿਰ ਆਪਣੀ ਚਿੰਤਾ ਕਰਦਾ, ਜੇ ਕਿਤੇ ਇਹਨੂੰ ਚਿੰਤਨ ਦੀ ਜਾਂਚ ਆ ਜਾਏ, ਸਿਮਰਨ ਦੀ ਜਾਂਚ ਆ ਜਾਏ, ਤੇ ਇਹਦਾ ਸਾਰਾ ਜੀਵਨ ਸਫਲ ਹੋ ਜਾਏਗਾ। ਇਹ ਸਾਰੇ ਸ਼ਬਦ ਜੋ ਕਿ ਰਹਿਰਾਸ ਸਾਹਿਬ ਜੀ ਦੀ ਬਾਣੀ ਵਿੱਚ ਅੰਕਿਤ ਹੈ, ਇਹਦਾ ਇੱਕੋ ਹੀ ਭਾਵ ਹੈ ਕਿ ਜਿਹੜੀ ਸ਼ਕਤੀ ਨਾਲ, ਜਿਹੜੇ ਯਤਨ ਨਾਲ ਤੂੰ ਦਿਨ ਰਾਤ ਆਪਣੇ ਜੀਵਨ ਬਾਰੇ ਸੋਚਦਾ ਰਹਿਣਾ ਹੈ ਕਿ ਕਿਵੇਂ ਚੱਲੇਗਾ, ਤੂੰ ਉਸੇ ਮਨ ਨਾਲ ਪਰਮਾਤਮਾ ਦਾ ਨਾਮ ਯਾਦ ਕਰ। ਇਹਦੇ ਨਾਲ 2 ਬਰਕਤਾਂ ਪੈਣਗੀਆਂ। ਇੱਕ ਤਾਂ ਤੇਰੇ ਮਨ ਨੂੰ ਟਿਕਾ ਮਿਲੇਗਾ ਉਹਦੇ ਨਾਮ ਦੇ ਨਾਲ, ਤੇ ਦੂਸਰਾ ਬਾਹਰੀ ਤੌਰ ਤੇ ਵੀ ਤੇਰੇ ਜੀਵਨ ਵਿੱਚ ਬਰਕਤ ਪਏਗੀ। ਸੰਸਾਰਿਕ ਤੌਰ ਤੇ ਵੀ ਬਰਕਤ ਪਏਗੀ ਔਰ ਪਰਮਾਰਥੀ ਤੌਰ ਤੇ ਵੀ ਬਰਕਤ ਪਏਗੀ। ਪਰ ਚਿੰਤਾ ਦੇ ਨਾਲ ਦੋਵੇਂ ਹੀ ਨੁਕਸਾਨ ਹੁੰਦੇ ਹਨ। ਇੱਕ ਤਾਂ ਮਨੁੱਖ ਅੰਦਰਲਾ ਟਿਕਾ ਗਵਾ ਪੈਂਦਾ ਹੈ, ਉਹਦੇ ਮਨ ਦੀ ਅੰਦਰਲੀ ਜਿਹੜੀ ਟਿਕਾਅ ਵਾਲੀ ਅਵਸਥਾ ਹੈ, ਚਿੰਤਾ ਦੇ ਕਾਰਨ, ਕਿਉਂਕਿ ਚਿੰਤਾ ਇੱਕ ਅੱਗ ਵਰਗੀ ਹੈ। ਜਿਵੇਂ ਕਿਸੇ ਥਾਂ ਤੇ ਅੱਗ ਬਲਦੀ ਹੋਵੇ ਤੇ ਉਸ ਦੀਆਂ ਕੰਧਾਂ ਉਸ ਕਮਰੇ ਦੀਆਂ ਗਰਮ ਹੋ ਜਾਂਦੀਆਂ ਹਨ। ਇਸ ਤਰ੍ਹਾਂ ਜਿਹੜੇ ਮਨ ਦੇ ਵਿੱਚ ਚਿੰਤਾ ਰਹਿੰਦੀ ਹੈ, ਉਹਦਾ ਮਨ ਤਪਸ਼ ਵਿੱਚ ਰਹਿਣ ਲੱਗ ਪੈਂਦਾ, ਤੇ ਜਦੋਂ ਮਨ ਤਪਸ਼ ਵਿੱਚ ਰਹਿੰਦਾ ਫਿਰ ਉਹ ਸਰੀਰ ਤੇ ਵੀ ਪ੍ਰਭਾਵ ਪਾਉਂਦਾ ਹੈ। ਫਿਰ ਸਰੀਰ ਕਮਜ਼ੋਰ ਵੀ ਹੁੰਦਾ ਹੈ ਔਰ ਸਰੀਰ ਨੂੰ ਰੋਗ ਵੀ ਲੱਗਦੇ ਨੇ। ਸਤਿਗੁਰੂ ਨੇ ਇਹਦੇ ਬਾਰੇ ਬਾਣੀ ਵਿੱਚ ਬਚਨ ਕੀਤੇ, ਕਹਿਣ ਲੱਗੇ ਜੀਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ। ਕਹਿੰਦੇ ਜਿੰਦ ਬਿਨਾਂ ਕਾਰਨ ਤੋਂ ਹੀ, ਇਹਨੂੰ ਪਤਾ ਵੀ ਹੈ ਕਿ ਚਿੰਤਾ ਕਰਨ ਦੇ ਨਾਲ ਕਦੀ ਕੁਝ ਹਾਸਲ ਨਹੀਂ ਹੋਵੇਗਾ। ਜਿੰਨਾ ਮਰਜ਼ੀ ਸੋਚਦੇ ਰਹੋ, ਮਨ ਦੇ ਵਿੱਚ ਜ਼ੋਰ ਲਾਈ ਜਾਓ ਦਿਨ ਰਾਤ, ਬਸ ਉਹਦੇ ਵਿੱਚੋਂ ਦੁੱਖ ਹੀ ਮਿਲੇਗਾ, ਹੋਰ ਕੁਝ ਵੀ ਪ੍ਰਾਪਤ ਨਹੀਂ ਹੋਵੇਗਾ। ਪਰ ਇਹ ਮਨ ਅਗਿਆਨਤਾ ਵਸ ਗੁਰੂ ਦੀ ਗੱਲ ਨਾ ਸੁਣਨ ਦੇ ਕਾਰਨ ਹੀ ਆਪਣੀ ਇਸ ਜੀਵਨ ਦੀ ਸ਼ਕਤੀ ਨੂੰ ਵਿਅਰਥ ਵਿੱਚ ਚਿੰਤਾਵਾਂ ਵਿੱਚ ਗਵਾਈ ਜਾਂਦਾ ਹੈ। ਤਾਂ ਸਤਿਗੁਰੂ ਕਹਿੰਦੇ ਜਿਉਂ-ਜਿਉਂ ਚਿੰਤਾ ਵੱਧਦੀ ਤਿਉਂ-ਤਿਉਂ ਮਨ ਤਪਣ ਲੱਗ ਪੈਂਦਾ ਹੈ। ਜਿਉਂ-ਜਿਉਂ ਮਨ ਤਪਦਾ ਹੈ, ਫਿਰ ਜਿਹੜੀਆਂ ਚੀਜ਼ਾਂ ਵਾਸਤੇ ਚਿੰਤਾ ਕਰਦਾ ਹੈ, ਜਿਹੜੀਆਂ ਚੀਜ਼ਾਂ ਦੀ ਅੰਦਰ ਬਣਤ ਬਣਾਉਂਦਾ ਹੈ, ਸਕੀਮ ਬਣਾਉਂਦਾ ਹੈ, ਉਹ ਤਾਂ ਮਿਲਣੀਆਂ ਨੇ ਜਿਹਦੇ ਭਾਗ ਹੋਣਗੇ ਤੇ ਮਿਹਨਤ ਕਰੇਗਾ। ਤੇ 2 ਚੀਜ਼ਾਂ ਨਾਲ ਪ੍ਰਾਪਤ ਹੁੰਦੀ ਪਦਾਰਥ ਦੀ ਪ੍ਰਾਪਤੀ। ਇੱਕ ਤਾਂ ਮਿਹਨਤ ਕਰੇ ਤੇ ਇੱਕ ਭਾਗ ਉੱਚੇ ਹੋਣ, ਉਹ ਆਪਣੇ ਆਪ ਮਿਲ ਜਾਂਦਾ ਹੈ। ਪਰ ਜਦੋਂ ਇਹ ਅੰਦਰ ਕਿਸੇ ਚੀਜ਼ ਬਾਰੇ ਸੋਚਦਾ ਹੈ ਕਿ ਮੈਂ 1 ਸਾਲ ਕਰਾਂਗਾ ਤੇ ਇਹ ਹੋਏਗਾ, ਹੁਣ ਕੋਈ ਫਿਕਸ ਨਹੀਂ ਹੈ, ਕੋਈ ਮਿਥਿਆ ਨਹੀਂ ਵੀ ਉਸੇ ਤਰ੍ਹਾਂ ਹੋ ਜਾਏਗਾ, ਮਿਲੇਗਾ ਕਿ ਨਹੀਂ। ਮਿਲ ਵੀ ਸਕਦਾ, ਜ਼ਿਆਦਾ ਵੀ ਮਿਲ ਸਕਦਾ, ਘੱਟ ਵੀ ਮਿਲ ਸਕਦਾ ਹੈ। ਤਾਂ ਜਦੋਂ ਇਹਦੇ ਮਨ ਦੇ ਵਿੱਚ ਬਣਾਈ ਹੋਈ ਸਕੀਮ ਦੇ ਮੁਤਾਬਕ ਇਹਨੂੰ ਕੋਈ ਪਦਾਰਥ ਦੀ ਪ੍ਰਾਪਤੀ ਨਹੀਂ ਹੁੰਦੀ ਤੇ ਇਹਦੇ ਮਨ ਨੂੰ ਇੱਕ ਬਹੁਤ ਵੱਡਾ ਸੇਕ ਲੱਗਦਾ, ਇਹਦੇ ਮਨ ਨੂੰ ਇੱਕ ਝਟਕਾ ਲੱਗਦਾ ਹੈ। ਉਸ ਹਾਲਤ ਵਿੱਚ ਫਿਰ ਕਈ ਪ੍ਰਕਾਰ ਦੇ ਮਨ ਦੇ ਔਰ ਤਨ ਦੇ ਔਰ ਆਤਮਿਕ ਦੁੱਖ ਪੈਦਾ ਹੁੰਦੇ ਨੇ। ਉਹਦੇ ਵਿੱਚ ਫਿਰ ਮਨੁੱਖ ਸਹਿਜੇ ਸਹਿਜੇ
उस दुख दे विच पीड़ित हुंदा रहिंदा, ਉਹਦਾ ਲਾਭ नहीं। सतगुरु ने कहा तू चिंता दी जिहड़ी जिस थां ते तू चिंता कर रहा तू उत्थे चिंतन कर, परमात्मा दा सिमरन कर। इस तरह ये जीव जिहड़ा है, हजूर कहंदे जियो तपत है बारो बार, बार बार जिंद नूं अपनी नूं तपाउंदा है, तरसाउंदा है। ये सब तो वड्डा पाप है, अपनी जिंद नूं तपाउणा, तरसाउंदे रहना। सतगुरु ने जिथे ये वचन किए उत्थे भगत फरीद साहब ने एक वचन किया है कि जिंद नूं तरसाउणा नहीं चाहिए किसी चीज़ वास्ते। जो सहजे ही मिलिया उहदे विच संतुष्ट रखण दा अपने मन नूं उपराला करना चाहिए। ते सतगुरु ने वचन किए, भगत फरीद साहब कहंदे ने कि फरीदा रुखी सुखी खाए कै ठंडा पानी पीओ, देख पर आई चोपड़ी ना तरसाए जियो। जिंद नूं तरसा ना। बाणी विच भगत जी ने एक थां ते इस शब्द दे विच बसंत राग विच किरपा कीती, कहन लगे इस घर में है सो तू ढूंढ खाहे, और किसी के तू मत ही जाहे। कहंदे जिहड़ा तेरे भाग दे विच है तू मेहनत करके प्राप्त कर सकना कर, पर तू अपने मन दे विच इन्ना कल्पना, इन्ना दुखी ना हो। इस घर में है, तेरे घर विच, यानी कि जो कुछ परमात्मा ने तेनू पैदा किया है, जिवें दा तेनू शरीर दिता है, जिवें दा तेनू माँ बाप दिता है, जिवें दा तेनू परिवार दिता है, और जिवें दा तेनू घर कारोबार दिता है, उन्नू खुशी खुशी प्रवान कर अपनी जिंदगी विच। इनू गुरु साहब ने कहा सब तो वड्डा साधन है परमात्मा दे नाल सांझ पाउण दा, इस चीज़ नू अख्तियार कर लेना। जदों बाणी विच आउंदा ना, कहो नानक जिन हुक्म पछाता, प्रभ साहिब का तिन भेद जाता। वड्डे वड्डे जपां नाल, तपां नाल, साधना नाल, दान पुण्य नाल, तीर्थां दीयां यात्रा नाल वो नहीं मिल सकदा जिहड़ा इस चीज़ नू, इस अवस्था नू प्रवान करन नाल मिलदा है कि जो कुछ तैनू मिलिया ਉਹਦੇ ਉੱਤੇ बिल्कुल 100% खिड़े मत्थे खुश हो जा, प्रवान कर, ਉਹਨੂੰ ਹੀ ਵੱਡੀ ਸਮਝ। ਤਾਂ ਜਦੋਂ ਇਸ ਤਰ੍ਹਾਂ ਅਸੀਂ ਕਰਾਂਗੇ ਤੇ ਅਸੀਂ ਸਹਿਜ ਸੁਭਾਅ ਭਾਣੇ ਵਿੱਚ ਜਿਉਣ ਲੱਗ ਪਾਵਾਂਗੇ, ਭਾਣੇ ਵਿੱਚ ਰਹਿਣ ਲੱਗ ਪਾਵਾਂਗੇ। ਭਾਣੇ ਵਿੱਚ ਮਨ ਦੇ ਅੰਦਰ ਇੱਕ ਖੁਸ਼ੀ ਪੈਦਾ ਹੋਏਗੀ, ਇੱਕ ਖੇੜਾ ਪੈਦਾ ਹੋਵੇਗਾ। ਉਸ ਖੁਸ਼ੀ ਦੇ ਵਿੱਚ ਤਨ ਵੀ ਤੇ ਮਨ ਦੋਵੇਂ ਤੰਦਰੁਸਤ ਹੋਣਗੇ, ਤੇ ਫਿਰ ਅੱਗੋਂ ਭਾਗ ਜਿਹੜੇ ਨੇ ਉੱਚੇ ਬਣਦੇ ਜਾਣਗੇ। ਔਰ ਜਿਸ ਸੰਸਾਰਿਕ ਕੰਮ ਵਿੱਚ ਵੀ ਮਨੁੱਖ ਤੁਰੇਗਾ, ਉਸ ਕੰਮ ਦੇ ਵਿੱਚ ਵੀ ਪਰਮਾਤਮਾ ਉਹਦੀ ਸਹਾਇਤਾ ਕਰੇਗਾ, ਕਿਉਂਕਿ ਉਹਨੂੰ ਪਤਾ ਹੈ ਕਿ ਮੈਂ ਇਸ ਜੀਵ ਨੂੰ ਪੈਦਾ ਕੀਤਾ ਹੈ ਤੇ ਜੋ ਕੁਝ ਇਹਨੂੰ ਦਿੱਤਾ ਹੈ ਉਹਦੇ ਉੱਤੇ ਸੰਤੁਸ਼ਟ ਹੋ ਗਿਆ, ਖੁਸ਼ ਹੋ ਗਿਆ ਹੈ, ਇਹਦੇ ਅੰਦਰ ਕੋਈ ਝਗੜਾ ਝੇੜਾ ਨਹੀਂ ਹੈ। ਤਾਂ ਇਸ ਤਰ੍ਹਾਂ ਦੇ ਮਨੁੱਖ ਦੇ ਉੱਤੇ ਪਰਮਾਤਮਾ ਦੀ ਦਇਆ ਬਹੁਤ ਜਲਦੀ ਹੁੰਦੀ, ਕਿਰਪਾ ਹੁੰਦੀ ਹੈ। पर ਜਿਹੜੇ ਲੋਕ ਅੰਦਰੋਂ ਕਲਪਦੇ ਰਹਿੰਦੇ ਹਨ, ਅੰਦਰੋਂ ਰੋਈ ਜਾਂਦੇ ਹਨ, ਅਕਾਲ ਪੁਰਖ ਉਹਨਾਂ ਤੋਂ ਦੂਰ ਚਲਾ ਜਾਂਦਾ। ਤਾਂ ਇਸ ਕਰਕੇ ਸਤਿਗੁਰੂ ਨੇ ਕਿਹਾ ਸਭ ਤੋਂ ਵੱਡਾ ਸਾਧਨ ਹੈ ਜੋ ਤੈਨੂੰ ਮਿਲਿਆ ਉਹਦੇ ਵਿੱਚ ਸੰਤੁਸ਼ਟ ਹੋ ਜਾਣਾ, ਉਦਮ ਕਰਨਾ, ਮਿਹਨਤ ਕਰਨੀ, ਯਤਨ ਕਰਨਾ, ਪਰ ਧਰਮ ਦੇ ਮਾਰਗ ਤੇ ਤੁਰ ਕੇ, ਧਰਮ ਨੂੰ ਤਿਆਗਣਾ ਨਹੀਂ। ਫਿਰ ਇਸ ਰਾਹ ਦੇ ਉੱਤੇ ਤੈਨੂੰ ਕਾਮਯਾਬੀ ਮਿਲੇਗੀ। ਇਸ ਘਰ ਮੈਂ ਹੈ ਸੋ ਤੂੰ ਢੂੰਡ ਖਾਹੇ, और किसी के तू मत ही जाहे। इस तरह तू अपने जीवन का निर्वाह कर। पर दूसरा शब्द जो आप जी नाल साझा कर रहा सी, जिहदे विच हजूर कहंदे ने जदों ये मन वार वार तपदा है ते विकार विच, व्यर्थ विच तपी जांदा, जियो तपत है बारो बार, तप तप खपै बहुत बेकार। ये क्यों तपदा है? हजूर कहंदे जै तन बाणी विसर जाए, ज्यों पक्का रोगी बिल लाए। जिन्हों गुरु की बाणी विसर गई, जिसने बाणी नाल प्रेम करना छड़ दिता, जिन्हें नितनेम करना छड़ दिता, जिन्हें गुरु ग्रंथ साहिब जी की बाणी नाल प्रेम करना त्याग दिता, बस गुरु साहिब तो मंगी जाता, उन्हां दी बाणी नहीं पढ़ता कदी। ये तो साडी जिंदगी का नुक्स है। असी गुरु ग्रंथ साहिब जी नूं एक सिर्फ वस्तु समझ के मंगी जाने। सतगुरु की बाणी आप पढ़न वास्ते तैयार नहीं, भटकते फिरने आ। बस इक्को साडा मनोरथ हुंदा गुरु कोल आउण दा, भी असी गुरु साहिब दे कोलों कारोबार काम अपना
ਅਰਦਾਸ ਕਰਕੇ ਸਾਨੂੰ ਪ੍ਰਾਪਤ ਹੋ ਜਾਏ, ਹੋਰ ਸਾਡਾ ਕੋਈ ਲੈਣ ਦੇਣ ਨਹੀਂ ਗੁਰੂ ਨਾਲ। ਇਸ ਤਰ੍ਹਾਂ ਇੱਕ ਵਪਾਰ ਦੀ ਦੁਨੀਆ ਸ਼ੁਰੂ ਹੁੰਦੀ ਧਰਮ ਦੇ ਮਾਰਗ ਤੇ। ਪਰ ਸਤਿਗੁਰੂ ਨੇ ਕਿਹਾ ਜੇ ਤੂੰ ਬਾਣੀ ਨਾਲ ਜੁੜੇਗਾ ਤੇ ਬਾਣੀ ਦੇ ਵਿੱਚ ਅਥਾਹ ਖਜ਼ਾਨਾ, ਦੋਵਾਂ ਲੋਕਾਂ ਦੀ ਮਾਲਕ ਹੈ ਬਾਣੀ, ਪਰਲੋਕ ਦੀ ਵੀ ਤੇ ਲੋਕ ਦੀ ਵੀ, ਇੱਥੋਂ ਦੇ ਸੁੱਖ ਵੀ ਨੇ। ਇਸ ਨੂੰ ਸਤਿਗੁਰੂ ਨੇ ਕਿਹਾ ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੇ ਤਿਨ ਹੱਥ ਚੜਿਆ ਰਾਮ। ਇਹਦੇ ਵਿੱਚ ਇੰਨੇ ਰਤਨ ਨੇ, ਹੀਰੇ ਨੇ, ਜਵਾਹਰਾਤ ਨੇ ਬਾਣੀ ਵਿੱਚ, ਜਿਨ੍ਹਾਂ ਨੇ ਬਾਣੀ ਨੂੰ ਨੇਮ ਨਾਲ ਕਮਾਇਆ। ਜਿਸ ਨੇ ਬਾਣੀ ਨੂੰ ਨੇਮ ਨਾਲ ਪੜ੍ਹਿਆ, ਪ੍ਰੇਮ ਕੀਤਾ ਔਰ ਬਾਣੀ ਵਿੱਚ ਜੋ ਕੁਝ ਲਿਖਿਆ ਉਹਨੂੰ ਕਮਾਉਣਾ ਸ਼ੁਰੂ ਕਰ ਦਿੱਤਾ। ਇਸ ਬਾਣੀ ਵਿੱਚ ਇੰਨੇ ਖਜ਼ਾਨੇ ਤੇ ਰਤਨ ਨੇ ਕਿ ਉਸ ਮਨੁੱਖ ਨੂੰ ਲੋਕ ਔਰ ਪਰਲੋਕ ਦੇ ਦੋਵੇਂ ਹੀ ਸੁੱਖ ਪ੍ਰਾਪਤ ਹੋ ਜਾਂਦੇ ਹਨ। ਪਰ ਇਹ ਕਰਨ ਨਾਲ ਹੋਵੇਗਾ। ਪਰ ਜ਼ਿਆਦਾ ਜਗਤ ਕੀ ਹੈ, ਗੁਰੂ ਨਾਲ ਵਪਾਰ ਹੀ ਕਰ ਰਿਹਾ ਹੈ। ਸਿਰਫ ਆਪਣਾ ਮਨੋਰਥ ਹੈ, ਆਪਣਾ ਸਵਾਰਥ ਹੈ। ਸਵਾਰਥ ਅਧੀਨ ਅਸੀਂ ਗੁਰੂ ਕੋਲ ਆਉਂਦੇ ਹਾਂ ਔਰ ਸਵਾਰਥ ਅਧੀਨ ਸਾਡਾ ਜੀਵਨ ਬੀਤ ਜਾਂਦਾ। ਪਰ ਸਤਿਗੁਰੂ ਨਾਲ ਅਸੀਂ ਅੰਦਰੋਂ ਜੁੜਦੇ ਨਹੀਂ, ਪ੍ਰੇਮ ਨਹੀਂ ਕਰਦੇ, ਬਾਣੀ ਨਹੀਂ ਪੜ੍ਹਦੇ। ਇਸ ਕਰਕੇ ਜੀਵਨ ਅਧੂਰਾ ਰਹਿ ਜਾਂਦਾ ਹੈ। ਹਜ਼ੂਰ ਕਹਿੰਦੇ ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਬਿਲ ਲਾਏ। ਇਸ ਤਰ੍ਹਾਂ ਜਿਵੇਂ ਬਹੁਤ ਵੱਡਾ ਕੋਈ ਰੋਗੀ ਬਿਲ ਲਾਉਂਦਾ ਹੈ, ਇਸ ਤਰ੍ਹਾਂ ਜਗਤ ਦਾ ਜੀਵਨ ਉਹਦਾ ਗੁਜ਼ਰ ਜਾਂਦਾ ਹੈ। ਫਿਰ ਕਹਿੰਦੇ ਜੇਤ ਕੰਨ ਦਿੱਤੇ ਅੱਖੀ ਨਾਕ, ਜਿਨ ਜਿਹਵਾ ਦਿੱਤੀ ਬੋਲੇ ਤਾਤ, ਜਿਨ ਮਨ ਰਾਖਿਆ ਅਗਨੀ ਪਾਏ, ਵਾਜੈ ਪਵਨ ਆਖੈ ਸਭ ਜਾਏ। ਇਹ ਸਾਰੀਆਂ ਚੀਜ਼ਾਂ ਅਕਾਲ ਪੁਰਖ ਨੇ ਸਾਨੂੰ ਨਿਆਮਤ ਦੇ ਰੂਪ ਵਿੱਚ, ਗਿਫਟ ਦੇ ਰੂਪ ਵਿੱਚ ਦਿੱਤੀਆਂ ਨੇ, ਜਿਨ੍ਹਾਂ ਦਾ ਸਾਨੂੰ ਪਤਾ ਨਹੀਂ ਹੈ। ਜਿਨ ਕੰਨ ਕੀਤੇ, ਕੰਨ ਦਿੱਤੇ ਨੇ। ਕੰਨ ਕੋਈ ਛੋਟੀ ਬਖਸ਼ਿਸ਼ ਨਹੀਂ। ਅਸੀਂ ਕਈ ਵਾਰੀ ਕਹਿੰਦੇ ਹਾਂ ਸਾਨੂੰ ਮਿਲਿਆ ਹੀ ਕਈ ਹੈ, ਅਸੀਂ ਬੇਕਾਰ ਹਾਂ। ਬੜਾ ਵੱਡਾ ਖਜ਼ਾਨਾ ਹੈ ਸਰੀਰ ਜਿਹੜਾ। ਕੰਨ ਬੜੀ ਵੱਡੀ ਦਾਤ ਹੈ, ਸੁਣਨ ਦੀ ਸ਼ਕਤੀ। ਜੇ ਸਾਡੇ ਤੋਂ ਸੁਣਿਆ ਨਾ ਜਾਏ ਤੇ ਸਾਰੇ ਸੰਬੰਧ ਟੁੱਟ ਜਾਣਗੇ ਸੰਸਾਰ ਦੇ ਨਾਲ, ਕਿਸੇ ਦੀ ਗੱਲ ਸੁਣ ਨਹੀਂ ਸਕਾਂਗੇ। ਜੇ ਸਾਡੇ ਕੋਲ ਅੱਖ ਨਾ ਹੋਵੇ, ਕਿਸੇ ਨੂੰ ਦੇਖ ਹੀ ਨਹੀਂ ਸਕਦੇ। ਜੇ ਸਾਡਾ ਨੱਕ ਨਾ ਹੋਵੇ ਤੇ ਸਾਡੀ ਕੋਈ ਸੁੰਦਰਤਾ ਨਹੀਂ। ਜਿਨ ਜੇਵਾ ਦਿੱਤੀ, ਜੇ ਰਸਨਾ ਨਹੀਂ ਤੇ ਬੋਲ ਕਿਵੇਂ ਸਕਾਂਗੇ। ਇਹ ਕਿੰਨੇ ਵੱਡੇ ਯੰਤਰ ਨੇ। ਬਿਨਾਂ ਮੰਗਣ ਤੋਂ ਅਕਾਲ ਪੁਰਖ ਵਾਹਿਗੁਰੂ ਨੇ ਦੇ ਦਿੱਤੇ ਨੇ। ਅਣਮੰਗਿਆ ਦਾਨ ਦੇਵਣਾ, ਬਿਨਾਂ ਮੰਗਣ ਤੋਂ ਦਿੱਤੇ ਨੇ। ਉਹਨੂੰ ਪਤਾ ਸੀ ਇਹਨੂੰ ਲੋੜ ਹੈ, ਵੇਖਣ ਦੀ ਲੋੜ ਹੈ, ਸੁਣਨ ਦੀ। ਪਰ ਸਾਨੂੰ ਉਹਦੇ ਉੱਤੇ ਭਰੋਸਾ ਤੇ ਅਮਨਾ ਨਹੀਂ ਆਉਂਦਾ ਵੀ ਜਿਨਨੇ ਸਾਡੇ ਸਰੀਰ ਨੂੰ ਇੰਨੇ ਕੀਮਤੀ ਅੰਗ ਲਾ ਦਿੱਤੇ, ਹੁਣ ਸਾਡੇ ਸਰੀਰ ਦੀ ਪਾਲਣਾ ਵੀ ਕਰ ਸਕਦਾ। ਅਸੀਂ ਇੱਥੇ ਆ ਕੇ ਫਿਰ ਕਹਿੰਦੇ ਹਾਂ ਨਹੀਂ, ਅਸੀਂ ਆਪਣੀ ਜ਼ਿੰਦਗੀ ਦੇ ਆਪ ਹੀ ਮਾਲਕ ਹਾਂ, ਅਸੀਂ ਆਪ ਸਭ ਕੁਝ ਕਰ ਸਕਦੇ। ਸਿਰਜਣਹਾਰ ਨੂੰ ਭੁਲਾ ਦਿੱਤਾ, ਕਰਨਹਾਰ ਨੂੰ ਵਿਸਾਰ ਦਿੱਤਾ। ਜਿਨਨੇ ਘੜਿਆ ਸੀ ਉਹਨੂੰ ਇਨਕਾਰ ਕਰ ਦਿੱਤਾ। ਇਹਦੇ ਤੋਂ ਵੱਡੀ ਹੋਰ ਕੋਈ ਅਕਿਰਤ ਘਣਤਾ ਨਹੀਂ ਹੈ। ਸਤਿਗੁਰੂ ਕਹਿੰਦੇ ਉਹਨੇ ਤੈਨੂੰ ਕਿੰਨੀਆਂ ਦਾਤਾਂ ਦਿੱਤੀਆਂ ਹਨ। ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜੇਵਾ ਦਿੱਤੀ, ਜਿਨਨੇ ਤੈਨੂੰ ਰਸਨਾ ਦਿੱਤੀ ਔਰ ਆਵਾਜ਼ ਦਿੱਤੀ ਹੈ। ਸਾਰੇ ਸਰੀਰ ਦੇ ਤੁਰਨ ਦੀਆਂ ਸ਼ਕਤੀਆਂ ਦਿੱਤੀਆਂ ਨੇ। ਕੋਈ ਛੋਟੀ ਮੋਟੀ ਦਾਤ ਨਹੀਂ ਹੈ। ਜਿਨ ਜੇਵਾ ਦਿੱਤੀ ਬੋਲੇ ਤਾਤ, ਪਰ ਤੂੰ ਇਹਨਾਂ ਸਾਰੇ ਸਰੀਰ ਦੇ ਇੰਦਰੀਆਂ ਦੇ ਨਾਲ, ਤਾਤ ਦਾ ਅਰਥ ਹੈ ਗਰਮ, ਯਾਨੀ ਕਿ ਉਲਟ ਕਰ ਰਿਹਾ। ਤੈਨੂੰ ਚਾਹੀਦਾ ਸੀ ਰਸਨਾ ਨਾਲ, ਜਿੱਥੇ ਤੂੰ ਸੰਸਾਰ ਵਾਸਤੇ ਬੋਲਣਾ ਹੈ ਔਰ ਸਰੀਰ ਦੇ ਰਸ ਚੱਕਣੇ ਹਨ, ਉੱਥੇ ਇਹਦੇ ਨਾਲ ਨਾਮ ਵੀ ਜਪਣਾ ਹੈ ਇਸ ਰਸਨਾ ਨਾਲ। ਪਰ ਕਦੀ ਭੁੱਲ ਕੇ ਵੀ ਤੂੰ ਕਦੀ ਆਪਣੇ ਮੂੰਹ ਤੋਂ ਵਾਹਿਗੁਰੂ ਨਹੀਂ ਕਹਿੰਦਾ। ਅਰਦਾਸ ਦੇ ਵਿੱਚ ਵੀ ਕਹਿਣਾ ਔਖਾ ਹੋ ਜਾਂਦਾ ਹੈ। ਸਾਰਾ ਦਿਨ ਕਈ ਘੰਟਿਆਂ ਬੱਧੀ ਮਨੁੱਖ ਗੱਲਾਂ ਕਰੀ ਜਾਂਦਾ ਹੈ, ਪਰ ਜਿਨਨੇ ਰਸਨਾ ਦਿੱਤੀ ਹੈ ਉਹਦਾ ਨਾਮ ਲੈਣ ਨੂੰ ਇੱਕ ਪਲ ਵਾਸਤੇ ਤਿਆਰ ਨਹੀਂ। ਇਸ ਰਸਨਾ ਦੇ ਨਾਲ ਹਜ਼ੂਰ ਕਹਿੰਦੇ ਇਸ ਰਸਨਾ ਨਾਲ ਨਾਮ ਜਪ, ਤੇਰੀ ਜ਼ਿੰਦਗੀ ਵਿੱਚ ਹਰ ਪੱਖ ਤੋਂ ਬਰਕਤਾਂ ਆਉਣਗੀਆਂ। ਇਹਨਾਂ ਅੱਖਾਂ ਦੇ ਨਾਲ ਗੁਰੂ ਕੇ ਦੀਦਾਰ ਕਰ, ਇਹਨਾਂ ਕੰਨਾਂ ਨਾਲ ਗੁਰੂ ਕੀ ਬਾਣੀ ਨੂੰ ਸੁਣਿਆ ਕਰ, ਇਹਨਾਂ ਹੱਥਾਂ ਨਾਲ ਸੇਵਾ ਕਰਿਆ ਕਰ। ਤੇਰਾ ਹੋਣ ਵਾਲਾ ਜੀਵਨ ਵੀ ਸਫਲ ਹੋਵੇਗਾ ਤੇ ਆਉਣ ਵਾਲੇ ਸਮੇਂ ਵਾਸਤੇ ਤੂੰ ਬਹੁਤ ਵੱਡੇ ਖਜ਼ਾਨੇ ਦਾ ਮਾਲਕ ਬਣ ਜਾਏਗਾ।
ਜਿਨ ਜੇਵਾ ਦਿੱਤੀ ਬੋਲੇ ਤਾਤ, ਜਿਨ ਮਨ ਰਾਖਿਆ ਅਗਨੀ ਪਾਏ। ਵਾਜੈ ਪਵਨ ਆਖੈ ਸਭ ਕਾ ਜਾਏ, ਜੇਤਾ ਮੋਹ ਪ੍ਰੀਤ ਸਵਾਦ, ਸਭਾ ਕਾਲਖ ਦਾਗਾ ਦਾਗ। ਸਤਿਗੁਰੂ ਨੇ ਬੜਾ ਅਜੀਬ ਇੱਥੇ ਗਿਆਨ ਦਿੱਤਾ ਹੈ। ਕਹਿੰਦੇ ਆ ਜਿਹੜਾ ਸੰਸਾਰ ਦੀ ਬਹੁਤੀ ਜ਼ਿਆਦੀ ਪਕੜ ਹੈ ਨਾ, ਇਹ ਸਾਰੇ ਜ਼ਿੰਦਗੀ ਦੇ ਰੋਗ ਪੈਦਾ ਕਰਦੀ, ਦਾਗ ਲੱਗਦੇ ਨੇ ਜ਼ਿੰਦਗੀ। ਸਭਾ ਕਾਲਖ, ਕਾਲਖ ਨਾਲ ਜੀਵਨ ਭਰਿਆ ਜਾਂਦਾ। ਜਦੋਂ ਅਸੀਂ ਜਗਤ ਦੇ ਪਦਾਰਥਾਂ ਦੇ ਨਾਲ ਇੰਨਾ ਡੂੰਘਾ ਮੋਹ ਬਣਾ ਲੈਂਦੇ, ਚੰਬੜ ਜਾਂਦੇ ਹਾਂ। ਨਹੀਂ ਤਾਂ ਜਗਤ ਦੇ ਵਿੱਚ ਇੱਕ ਗੱਲ ਤਾਂ ਪੱਕੀ ਹੈ, ਕਿਉਂਕਿ ਅੱਜ ਦਾ ਸ਼ਬਦ ਇਸ ਆਧਾਰ 'ਤੇ ਹੈ ਵੀ ਮਨੁੱਖ ਚਿੰਤਾ ਵਿੱਚ ਪਿਆ ਹੋਇਆ, ਮੇਰੇ ਜੀਵਨ ਦਾ ਬਣੇਗਾ ਕੀ। ਇੱਕ ਗੱਲ ਤਾਂ ਯਕੀਨਨ ਮਨੁੱਖ ਨੂੰ ਪਤਾ ਹੈ ਕਿ 2 ਟਾਈਮ ਪ੍ਰਸ਼ਾਦਾ ਛਕਣ ਨੂੰ ਮਿਲੇਗਾ ਜ਼ਰੂਰ, ਪਰ ਇਹ ਆਪਣੀ ਜ਼ਿੰਦਗੀ ਵਾਸਤੇ ਅਕਾਲ ਪੁਰਖ ਦਾ ਸਿਮਰਨ ਛੱਡ ਕੇ ਜਗਤ ਦੇ ਵਿੱਚ ਬਹੁਤ ਵੱਡਾ ਬਣਨਾ ਚਾਹੁੰਦਾ ਹੈ। ਉਹਦੇ ਵਾਸਤੇ ਅੰਦਰੋਂ ਧੁਖਦਾ ਰਹਿੰਦਾ ਹੈ, ਜੀਵਨ ਨੂੰ ਦੁਖੀ ਕਰੀ ਜਾਂਦਾ। ਸਤਿਗੁਰੂ ਕਹਿੰਦੇ ਜੇਤਾ ਮੋਹ ਪ੍ਰੀਤ ਸਵਾਦ, ਜਿੰਨਾ ਤੂੰ ਸੰਸਾਰ ਦੇ ਮੋਹ ਤੇ ਸਵਾਦਾਂ ਵਿੱਚ ਫਸੇਗਾ, ਸਭਾ ਕਾਲਖ ਦਾਗਾ ਦਾਗ, ਉਹਨਾਂ ਤੇਰੀ ਜ਼ਿੰਦਗੀ ਦਾਗਾਂ ਨਾਲ ਤੇ ਦੁੱਖਾਂ ਨਾਲ ਭਰੀ ਜਾਏਗੀ। ਕਿਉਂਕਿ ਉਹਦੇ ਵਿੱਚ 2 ਕਾਰਨ ਹੁੰਦੇ ਨੇ। ਇਹ ਰਸਤਾ ਇੰਨਾ ਦੁਖਦਾਈ ਹੈ ਜਿਹਨੂੰ ਪਦਾਰਥ ਦਾ ਰਸਤਾ ਕਹਿੰਦੇ ਨੇ। ਜੇ ਤੇ ਕਿਸੇ ਪਦਾਰਥ ਬਾਰੇ ਅਸੀਂ ਚਿੰਤਨ ਕਰਨੇ ਆ, ਧਨ ਬਾਰੇ, ਜੇ ਨਹੀਂ ਮਿਲਦਾ ਫਿਰ ਵੀ ਦੁੱਖ ਹੈ, ਕਿਉਂਕਿ ਫਿਰ ਅੰਦਰ ਕੜੇਗਾ ਵੀ ਮਿਲਿਆ ਨਹੀਂ, ਉਹਦੀ ਭੁੱਖ ਰਹਿ ਜਾਏਗੀ ਮਨ ਵਿੱਚ, ਉਹਦੇ ਨਾਲ ਮਨ ਅੰਦਰੋਂ ਦੁਖੀ ਰਹੇਗਾ। ਇਹ ਵੀ ਦੁੱਖ। ਜੇ ਜਿਸ ਪਦਾਰਥ ਵਾਸਤੇ ਅਸੀਂ ਸੋਚਿਆ ਤੇ ਕੰਮ ਕੀਤਾ, ਜੇ ਮਿਲ ਗਿਆ ਤੇ ਮਿਲਣ ਤੋਂ ਬਾਅਦ ਅਸੀਂ ਉਹਦਾ ਆਨੰਦ ਲੈ ਲਿਆ, ਉਹਦੇ ਤੋਂ ਬਾਅਦ ਕੁਝ ਸਮੇਂ ਬਾਅਦ ਉਹ ਫਿੱਕਾ ਪੈ ਜਾਂਦਾ ਹੈ, ਪਰ ਮਨ ਨੂੰ ਤ੍ਰਿਪਤੀ ਨਹੀਂ ਦਿੰਦਾ। ਦੋਵਾਂ ਹਾਲਤਾਂ ਵਿੱਚ ਦੁੱਖ ਹੈ ਪਦਾਰਥ ਵਿੱਚ। ਪਦਾਰਥ ਸਿਰਫ ਜ਼ਿੰਦਗੀ ਦਾ ਨਿਰਵਾਹ ਸੀ, ਗੁਜ਼ਾਰਾ ਸੀ, ਇਹਨੂੰ ਅੱਗੇ ਤੋਰਨ ਵਾਸਤੇ ਸੀ। ਇਸ ਲਈ ਸਤਿਗੁਰੂ ਕਹਿੰਦੇ ਜੇਤਾ ਮੋਹ ਪ੍ਰੀਤ ਸਵਾਦ, ਸਭਾ ਕਾਲਖ ਦਾਗਾ ਦਾਗ। ਹਜ਼ੂਰ ਕਹਿੰਦੇ ਦਾਗ ਦੋਸ਼ ਮੂੰਹ ਚੱਲਿਆ ਲਾਏ, ਦਰਗਹਿ ਬੈਸਣ ਨਾਹੀ ਜਾਏ। ਇਸ ਤਰ੍ਹਾਂ ਜਗਤ ਦੇ ਦਾਗ ਤੇ ਦੋਸ਼ ਕਰ ਕਰਕੇ ਮਨ ਦੇ ਤੌਰ ਤੇ, ਤਨ ਦੇ ਤੌਰ ਤੇ ਇੰਨਾ ਸੋਹਣਾ ਜੀਵਨ ਜਿਹੜਾ ਕਿ ਬੜੇ ਆਨੰਦ ਨਾਲ ਗੁਜ਼ਾਰਨ ਵਾਸਤੇ ਮਿਲਿਆ ਸੀ, ਮੋਹ ਤੋਂ ਰਹਿਤ, ਪਕੜ ਤੋਂ ਰਹਿਤ, ਲੋਭ ਤੋਂ ਰਹਿਤ, ਇੰਨਾ ਆਨੰਦਮਈ ਜੀਵਨ ਸੀ ਕਿ ਇਹਦੇ ਹੀ ਸਰੀਰ ਦੇ ਵਿੱਚ ਬਹੁਤ ਵੱਡਾ ਇੱਕ ਖਜ਼ਾਨਾ ਸੀ, ਉਹ ਇਹਨੂੰ ਭੁੱਲ ਗਿਆ, ਬਾਹਰੋਂ ਲੱਭਦਾ ਫਿਰਦਾ ਹੈ। ਹਜ਼ੂਰ ਕਹਿੰਦੇ ਦਾਗ ਦੋਸ਼ ਮੂੰਹ ਚੱਲਿਆ ਲਾਏ। ਜਿੱਥੇ ਇਹਨੇ ਸਫਲ ਹੋ ਕੇ ਜਾਣਾ ਸੀ, ਇਸ ਜਗਤ ਦੇ ਵਿੱਚੋਂ ਆਨੰਦ ਦੀ ਪ੍ਰਾਪਤੀ ਕਰਕੇ ਜਾਣਾ ਸੀ, ਉੱਥੇ ਮਾਇਆ ਵਾਸਤੇ, ਸੰਸਾਰ ਵਾਸਤੇ ਦੋਸ਼ ਕਰ ਕਰਕੇ ਇਹਦੇ ਮੂੰਹ ਤੇ ਦਾਗ ਲੱਗ ਗਏ, ਧੱਬੇ ਲੱਗ ਗਏ। ਕਿਉਂਕਿ ਦੋਵਾਂ ਚੀਜ਼ਾਂ ਦੇ ਨਿਸ਼ਾਨ ਪੈਂਦੇ ਨੇ। ਜਿਹੜਾ ਕੰਮ ਅਸੀਂ ਕਰਨੇ ਆ ਨਾ, ਤੁਸੀਂ ਕਦੀ ਵੇਖਣਾ ਜਿਹੜਾ ਮਨੁੱਖ ਕੱਪੜੇ ਰੰਗਣ ਦਾ ਕੰਮ ਕਰਦਾ, ਉਹ ਆਪਣੇ ਆਪ ਪਹਿਚਾਨਿਆ ਜਾਂਦਾ ਹੈ। ਉਹਦੇ ਕੱਪੜਿਆਂ ਤੇ, ਉਹਦੇ ਹੱਥਾਂ ਦੀਆਂ ਲਕੀਰਾਂ ਵਿੱਚ ਰੰਗ ਲੱਗ ਜਾਂਦਾ ਹੈ, ਔਰ ਸਾਬਣ ਨਾਲ ਵੀ ਸਾਫ਼ ਨਹੀਂ ਹੁੰਦਾ। ਜਿਹੜਾ ਕੋਈ ਲੋਹਾਰ ਲੋਹੇ ਦਾ ਕੰਮ ਕਰਦਾ, ਉਹਦੇ ਹੱਥ ਪੈਰ ਤੇ ਕਿਤੇ ਨਾ ਕਿਤੇ ਹਥੌੜੀ ਦੀ ਸੱਟ ਵੱਜੀ ਹੁੰਦੀ, ਉਹ ਦੱਸ ਦਿੰਦੀ ਵੀ ਕਿਤੇ ਕੰਮ ਕਰਦਾ, ਉਹਦੀ ਨਿਸ਼ਾਨੀ ਮਿਲ ਜਾਂਦੀ। ਇਸੇ ਤਰ੍ਹਾਂ ਜਿਹੜਾ ਜ਼ਿਮੀਂਦਾਰ ਹੈ, ਉਹਦੇ ਹੱਥ ਪੈਰ ਮਿੱਟੀ ਨਾਲ ਭਰੇ ਹੁੰਦੇ, ਉਹਦੀ ਜੁੱਤੀ ਵਿੱਚ ਮਿੱਟੀ ਹੁੰਦੀ ਹੈ, ਉਹ ਤੋਂ ਪਤਾ ਲੱਗਦਾ ਜ਼ਮੀਨ ਦਾ ਕੰਮ ਕਰਦਾ। ਇਸੇ ਤਰ੍ਹਾਂ ਜਿਹੜਾ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਦਾ, ਉਸ ਮਨੁੱਖ ਨੂੰ ਵੀ ਉਹਦਾ ਦਾਗ ਲੱਗ ਜਾਂਦਾ ਹੈ, ਉਹਦਾ ਸਰੀਰ ਰੂਪੀ ਚੋਲਾ ਰੰਗਿਆ ਜਾਂਦਾ ਹੈ। ਤਾਂ ਹੀ ਸਤਿਗੁਰੂ ਨੇ ਬਚਨ ਕੀਤੇ, ਜਿਨ ਕੇ ਚੋਲੇ ਰਤੜੇ ਪਿਆਰੇ, ਕੰਤ ਤਿਨਾ ਕੈ ਪਾਸ। ਚੋਲੇ ਕਾਹਦੇ ਨਾਲ ਰੰਗੇ ਗਏ? ਚੋਲੇ ਦਾ ਇੱਥੇ ਅਰਥ ਹੈ ਸਰੀਰ। ਜਿਹੜੇ ਨਾਮ ਨਾਲ ਜੁੜੇ ਨੇ, ਉਹਨਾਂ ਦਾ ਸਰੀਰ ਨਾਮ ਨਾਲ ਰੰਗਿਆ ਗਿਆ, ਉਹਨਾਂ ਤੋਂ ਖਬਰ ਮਿਲਦੀ ਹੈ। ਉਹਨਾਂ ਦੇ ਵੇਖਣ ਤੋਂ, ਬੋਲਣ ਤੋਂ, ਬਹਿਣ ਉੱਠਣ ਤੋਂ ਪਤਾ ਲੱਗਦਾ ਹੈ ਵੀ ਇਹਨਾਂ ਦੇ ਵਿੱਚ ਕੁਝ ਵਸਿਆ, ਇਹਨਾਂ ਤੇ ਕੁਝ ਅਸਰ ਹੋਇਆ। ਤੇ ਦੂਜੇ ਪਾਸੇ ਜਿਨ੍ਹਾਂ ਨੇ ਨਾਮ ਨਾਲ ਚਿੱਤ ਜੋੜਿਆ, ਉਹ ਨਾਮ ਵਰਗੇ ਹੋ ਗਏ, ਕਿਉਂਕਿ ਨਾਮ ਸਦਾ ਹੈ ਤੇ ਟਿਕਿਆ ਹੋਇਆ।
ਤਾਂ ਹੀ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ, ਜਿਨ ਹਰ ਜਪਿਆ ਸੇ ਹਰ ਹੋਏ। ਜਿਨ੍ਹਾਂ ਨੇ ਵਾਹਿਗੁਰੂ ਦਾ ਨਾਮ ਜਪਿਆ ਉਹਦੇ ਵਰਗੇ ਹੀ ਬਣ ਗਏ, ਟਿਕ ਗਏ। ਉਹਨਾਂ ਆਨੰਦ ਤੇ ਇੱਥੇ ਇੱਕ ਦੂਜੀ ਦਾਤ ਵੀ ਮਿਲੀ, ਜਿਨ੍ਹਾਂ ਨੇ ਨਾਮ ਜਪਿਆ ਉਹ ਨਾਮ ਦੇ ਵਿੱਚ ਸਮਾ ਗਏ, ਤੇ ਨਾਮ ਦੇ ਵਿੱਚ ਸਾਰੀਆਂ ਸ਼ਕਤੀਆਂ ਨੇ, ਲੋਕ ਦੀਆਂ ਸ਼ਕਤੀਆਂ ਤੇ ਪਰਲੋਕ ਦੀ। ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਬ੍ਰਹਮ ਬਿੰਦਾ ਤਿਸਦਾ ਬ੍ਰਹਮਤ ਰਹੇ, ਏਕ ਸ਼ਬਦ ਲਿਵ ਲਾਏ। ਨਵ ਨਿਧੀ 18 ਸਿੱਧੀ, ਪਿੱਛੇ ਲੱਗੀਆਂ ਫਿਰੈ, ਜੋ ਹਰ ਹਿਰਦੈ ਸਦਾ ਵਸਾਏ। ਜਿਨ੍ਹਾਂ ਨੇ ਇਸ ਨਾਮ ਦੇ ਨਾਲ ਪ੍ਰੀਤ ਪਾਈ ਹੈ, ਜਗਤ ਦੀਆਂ ਤਾਕਤਾਂ ਵੀ ਉਹਨਾਂ ਦੇ ਪਿੱਛੇ ਫਿਰਦੀਆਂ ਨੇ, ਉਹਨਾਂ ਨੂੰ ਲੱਭਦੀਆਂ ਨੇ, ਉਹਨਾਂ ਅੱਗੇ ਬੇਨਤੀ ਕਰਦੀਆਂ ਨੇ ਕੋਈ ਕੰਮ ਹੋਵੇ। ਉਹ ਇੰਨੇ ਬੇਪਰਵਾਹ ਬਾਦਸ਼ਾਹ ਆਪਾਂ ਗੁਰਬਾਣੀ ਵਿੱਚ ਵੀ ਪੜ੍ਹਦੇ ਹਾਂ, ਔਰ ਇਹ ਜਗਤ ਦੇ ਬਹੁਤ ਸਾਰੇ ਉਦਾਹਰਨ ਨੇ ਕਿ ਜਿਨ੍ਹਾਂ ਨੇ ਉਸ ਇੱਕ ਨਾਲ ਸਾਂਝ ਪਾਈ ਹੈ, ਉਹ ਇਸ ਜਗਤ ਦੇ ਵਿੱਚ ਸਤਿਗੁਰੂ ਤਾਂ ਇੱਥੋਂ ਤੱਕ ਕਹਿੰਦੇ ਕਿ ਹਮ ਧਨਵੰਤ ਭਾਗਠ ਸੱਚ ਨਾਏ, ਹਰ ਗੁਣ ਗਾਵੇ ਸਹਿਜ ਸੁਭਾਏ। ਧਨਵੰਤ ਦਾ ਅਰਥ ਹੈ ਅਮੀਰ, ਕਹਿੰਦੇ ਅਸੀਂ ਅਮੀਰ ਹਾਂ, ਧਨਵੰਤ ਹਾਂ। ਭਾਗੜ ਦਾ ਅਰਥ ਹੈ ਭਾਗਾਂ ਵਾਲੇ ਹਾਂ। ਕਾਹਦੇ ਨਾਲ? ਕਹਿੰਦੇ ਸੱਚੇ ਨਾਮ ਨਾਲ ਜੋ ਸੁਰਤ ਜੋੜੀ ਹੈ। ਹਮ ਧਨਵੰਤ ਭਾਗਟ ਸਚ ਨਾਏ, ਹਰ ਗੁਣ ਗਾਵੇ ਸਹਿਜ ਸੁਭਾਏ। ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਦਾਨਾ। ਰਤਨ ਲਾਲ ਜਾਂ ਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ। ਇੰਨੇ ਰਤਨ ਨੇ ਉਹਦੀ ਬਖਸ਼ਿਸ਼ ਦੇ ਵਿੱਚ। ਆਪਾਂ ਵੇਖਦੇ ਹਾਂ ਕਿ ਜਿਹੜੇ ਲੋਕ ਕਬੀਰ ਸਾਹਿਬ ਵਰਗੇ, ਰਵਿਦਾਸ ਜੀ ਵਰਗੇ, ਇਹ ਸਾਰਿਆਂ ਨੂੰ ਲੋਕ ਅਖੌਤੀ ਤੌਰ 'ਤੇ ਨੀਵੀਆਂ ਜਾਤੀਆਂ ਵਾਲੇ ਕਹਿੰਦੇ ਸਨ। ਇਹਨਾਂ ਦਾ ਕਾਰੋਬਾਰ ਵੀ ਲੋਕ ਕਹਿੰਦੇ ਸਨ ਨੀਵਾਂ, ਇਹਨਾਂ ਕੋਲ ਧਨ ਵੀ ਨਹੀਂ, ਛੱਪਰੀ ਵਿੱਚ ਰਹਿੰਦੇ ਨੇ। ਪਰ ਵੇਖੋ ਇੰਨੀ ਦਾਤ ਉਹਦੇ ਨਾਮ ਦੇ ਵਿੱਚ ਹੈ ਕਿ ਇਹ ਸਾਰੇ ਇੰਨੇ ਨੀਵੀਂ ਜਾਤ ਦੇ ਅਖੌਤੀ, ਜਿਨ੍ਹਾਂ ਨੂੰ ਲੋਕ ਕਹਿੰਦੇ ਸਨ, ਜਦੋਂ ਨਾਮ ਨਾਲ ਜੁੜੇ, ਇੰਨੀਆਂ ਉੱਚੀਆਂ ਬਖਸ਼ਾਂ ਇਹਨਾਂ ਨੂੰ ਪ੍ਰਾਪਤ ਹੋ ਗਈਆਂ। ਇਹਨਾਂ ਸਾਰੀਆਂ ਵਿਚਾਰਾਂ ਦਾ ਇੱਕ ਭਾਵ ਹੈ ਕਿ ਮਨੁੱਖ ਦੇ ਹੱਥਾਂ ਦੇ ਵਿੱਚ ਇੰਨਾ ਵੱਡਾ ਬਰਕਤਾਂ ਦਾ ਖਜ਼ਾਨਾ ਹੈ। ਉਹਦਾ ਸਰੀਰ ਜੇ ਉਹ ਕਮਾਈ ਕਰੇ ਤੇ ਉਹ ਬਾਦਸ਼ਾਹਾਂ ਦੇ ਤਖਤਾਂ ਨੂੰ ਮਾਤ ਪਾ ਸਕਦਾ ਹੈ। ਉਹ ਦੁਨੀਆ ਦੇ ਵੱਡੇ ਵੱਡੇ ਸੁੱਖਾਂ ਨੂੰ ਮਾਤ ਦੇ ਸਕਦਾ, ਪਿੱਛੇ ਛੱਡ ਸਕਦਾ। ਉਹ ਇਸ ਬ੍ਰਹਿਮੰਡ ਦਾ ਬਾਦਸ਼ਾਹ ਹੋ ਸਕਦਾ, ਉਹਦੇ ਵਿੱਚ ਬਰਕਤਾਂ ਆ ਸਕਦੀਆਂ ਨੇ। ਪਰ ਜੇ ਕੰਮ ਕਰੇਗਾ ਤੇ ਇਸ ਤੋਂ ਬਿਨਾਂ ਉਹਨੂੰ ਕੁਝ ਪ੍ਰਾਪਤ ਹੋਣ ਵਾਲਾ ਨਹੀਂ। ਪਰ ਦੂਜੇ ਪਾਸੇ ਜਿਹੜਾ ਆਪਾਂ ਸ਼ਬਦ ਲੈ ਰਹੇ ਸੀ ਗੁਰੂ ਨਾਨਕ ਦੇਵ ਜੀ ਦਾ, ਉਹਦੇ ਵਿੱਚ ਹਜ਼ੂਰ ਕਹਿੰਦੇ ਕਿ ਦਰਗਹਿ ਬੈਸਨ ਨਾਹੀ ਜਾਏ। ਜਿਹੜੇ ਲੋਕ ਇਸ ਮਨ ਨੂੰ ਚਿੰਤਾ ਵਿੱਚ ਤਪਾਉਂਦੇ ਰਹਿੰਦੇ ਨੇ, ਉਹਨਾਂ ਦਾ ਮਨ ਅੰਦਰੋਂ ਸੜ ਜਾਂਦਾ ਹੈ, ਦੁੱਖਾਂ ਦਾ ਸ਼ਿਕਾਰ ਬਣ ਜਾਂਦਾ। ਇਸ ਲਈ ਸਮਝਾਉਣ ਦਾ ਯਤਨ ਕਰ ਰਹੇ ਨੇ ਸੱਚੇ ਪਾਤਸ਼ਾਹ ਜੀ। ਸ਼ਬਦ ਦੇ ਵਿੱਚ ਅਖਰੀ ਅਰਥ ਆਪਾਂ ਸਮਝਣ ਦਾ ਯਤਨ ਕਰੀਏ। ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ, ਕਾਹੇ ਰੇ ਮਨ ਚਿੱਤ ਵਹਿ ਉਦਮ। ਹੇ ਮੇਰੇ ਮਨ, ਤੂੰ ਆਪਣੇ ਮਨ ਦੇ ਵਿੱਚ ਦਿਨ ਰਾਤ ਇੱਕੋ ਹੀ ਚਿਤਵਨੀ ਕਰਦਾ ਰਹਿਣਾ, ਤੇ ਕਿਉਂ ਕਰਦਾ ਹੈ? ਜਾਂ ਆਹਰ ਹਰ ਜੀਓ ਪਰਿਆ। ਆਰ ਦੇ ਅਰਥ ਨੇ ਫਿਕਰ। ਕਹਿੰਦੇ ਤੂੰ ਆਪਣਾ ਫਿਕਰ ਕਿਉਂ ਕਰਨਾ? ਫਿਕਰ ਦੇ ਵਿੱਚ, ਚਿੰਤਾ ਵਿੱਚ ਆਪਣੀ ਜ਼ਿੰਦਗੀ ਨੂੰ ਗੁਜ਼ਾਰੀ ਜਾਂਦਾ ਹੈ। ਤੈਨੂੰ ਇਸ ਚੀਜ਼ ਦਾ ਪਤਾ ਨਹੀਂ ਵੀ ਤੇਰੇ ਉੱਤੇ ਜਿਸ ਨੇ ਤੈਨੂੰ ਪੈਦਾ ਕੀਤਾ ਉਹ ਤੇਰੇ ਨਾਲ ਤੁਰਿਆ ਫਿਰਦਾ, ਪਰ ਤੂੰ ਅੱਖ ਬੰਦ ਕਰਕੇ ਤੁਰਨਾ। ਤੇਰਾ ਮਨ ਅਗਿਆਨਤਾ ਵਿੱਚ ਫਸ ਚੁੱਕਾ ਹੈ, ਤੈਨੂੰ ਉਹਦਾ ਪਤਾ ਹੀ ਨਹੀਂ ਹੈ। ਤੂੰ ਉਹਦੇ ਨਾਲ ਮਿਲ ਕੇ ਨਹੀਂ ਤੁਰਦਾ, ਉਹਦੇ ਤੇ ਭਰੋਸਾ ਨਹੀਂ ਕਰਦਾ। ਉਹ ਜਿਸ ਸਾਰੇ ਬ੍ਰਹਿਮੰਡ ਨੂੰ ਪੈਦਾ ਕੀਤਾ ਹੈ, ਉਹ ਤੇਰੀ ਵੀ ਪਾਲਣਾ ਕਰੇਗਾ। ਇਹ ਸਾਡੀ ਬੇਵਿਸ਼ਵਾਸੀ ਦੀ ਕੜੀ ਹੈ, ਜਿੱਥੇ ਜਾ ਕੇ ਜਿਹਨੂੰ ਸਤਿਗੁਰੂ ਤੋੜਨਾ ਚਾਹੁੰਦੇ ਨੇ। ਬੇਵਿਸ਼ਵਾਸ ਜੀਵਨ ਪਰਮਾਤਮਾ ਨੂੰ ਮੰਨ ਨਹੀਂ ਸਕਦਾ, ਔਰ ਬੇਚੈਨ ਜੀਵਨ ਜੋ ਟਿਕਿਆ ਹੋਇਆ ਨਹੀਂ, ਉਹ ਅਕਾਲ ਪੁਰਖ ਨੂੰ ਮੰਨੇਗਾ ਨਹੀਂ, ਕਿਉਂਕਿ ਉਹਨੂੰ ਚਿੰਤਾ ਆਪਣੀ ਆਪ ਕਰ ਰਿਹਾ। ਉਹ ਪਰਮਾਤਮਾ ਦੀ ਸਹਾਇਤਾ ਵੀ ਕਿਆ ਕਰੇਗਾ?
ਅਕਾਲ ਪੁਰਖ ਵੀ ਤਾਂ ਹੀ ਸਹਾਇਤਾ ਕਰੇਗਾ ਨਾ, ਤਾਂ ਹੀ ਚਿੰਤਾ ਕਰੇਗਾ ਜੇ ਅਸੀਂ ਆਪਣੀ ਚਿੰਤਾ ਉਹਦੇ ਹੱਥ ਵਿੱਚ ਪਾ ਦਈਏ। ਕਿਸੇ ਸਿੱਖ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਕਿ ਮੈਂ ਨਾਮ ਤੇ ਜਪਣਾ ਚਾਹੁੰਦਾ, ਪਰ ਮੇਰੇ ਮਨ ਦੇ ਵਿੱਚ ਦਿਨ ਰਾਤ ਆਪਣੇ ਪਰਿਵਾਰ ਦੀ ਤੇ ਕਾਰੋਬਾਰ ਦੀ ਚਿੰਤਾ ਬਣੀ ਰਹਿੰਦੀ ਹੈ ਵੀ ਉਹ ਕਿਵੇਂ ਚੱਲੇਗਾ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨੂੰ ਪੁੱਛਿਆ ਵੀ ਤੂੰ ਕੀ ਕੰਮ ਕਰਨਾ? ਕਹਿਣ ਲੱਗਾ ਮੈਂ ਇੱਕ ਅਮੀਰ ਦੀ ਨੌਕਰੀ ਕਰਨਾ। ਕੀ ਨੌਕਰੀ ਕਰਨਾ? ਕਹਿਣ ਲੱਗਾ ਮੈਂ ਉਹਨੇ ਸਿਪਾਹੀ ਰੱਖੇ ਹੋਏ ਨੇ, ਉਹਨਾਂ ਵਿੱਚ ਨੌਕਰੀ ਕਰਨਾ, ਘੋੜ ਸਵਾਰੀ ਤੇ ਮੈਂ ਉਹਦਾ ਪਹਿਰਾ ਦੇਣਾ, ਨਾਲ ਨਾਲ ਤੁਰਨਾ ਪੈਂਦਾ, ਉਹ ਚੌਧਰੀ ਹੈ। ਹਜ਼ੂਰ ਨੇ ਕਿਹਾ ਵੀ ਤੂੰ ਜਦੋਂ ਸਵੇਰੇ ਜਾਣਾ ਹੈ, ਉਹਦੇ ਕਿੱਲੇ ਤੋਂ ਘੋੜਾ ਖੋਲ ਕੇ ਉਹਦੇ ਉੱਤੇ ਚੜ੍ਹ ਜਾਣਾ, ਉਹਦੇ ਨਾਲ ਸਾਰਾ ਦਿਨ ਗਸ਼ਤ ਕਰਨਾ ਹੈ, ਸ਼ਾਮ ਨੂੰ ਜਦੋਂ ਆਉਣਾ ਘੋੜਾ ਬੰਨ੍ਹ ਕੇ ਵਾਪਸ ਆ ਜਾਣਾ। ਕਹਿੰਦੇ ਹਾਂ। ਕਹਿੰਦੇ ਜਦੋਂ ਤੂੰ ਵਾਪਸ ਆਉਣਾ ਤੈਨੂੰ ਘੋੜੇ ਦੀ ਚਿੰਤਾ ਰਹਿੰਦੀ ਵੀ ਬਾਅਦ ਵਿੱਚ ਇਹਨੂੰ ਕੌਣ ਖਵਾਏਗਾ, ਕੌਣ ਇਹਦੀ ਪਾਲਣਾ ਕਰੇਗਾ, ਕੌਣ ਇਹਦੀ ਰਾਖੀ ਕਰੇਗਾ? ਕਹਿਣ ਲੱਗੇ ਨਹੀਂ। ਹਜ਼ੂਰ ਕਹਿੰਦੇ ਤੂੰ ਆਪਣੇ ਕਾਰੋਬਾਰ ਨੂੰ ਤੇ ਆਪਣੇ ਪਰਿਵਾਰ ਨੂੰ ਗੁਰੂ ਨਾਨਕ ਦੇ ਘਰ ਵਿੱਚ ਸਤਿਗੁਰਾਂ ਨੂੰ ਸੌਂਪ ਦੇ। ਤੂੰ ਆਪਣਾ ਪਰਿਵਾਰ ਤੇ ਕਾਰੋਬਾਰ ਮੇਰੇ ਹੱਥਾਂ ਵਿੱਚ ਦੇ ਦਿਓ, ਮੇਰੀ ਜ਼ਿੰਮੇਵਾਰੀ ਉਹਨੂੰ ਚਲਾਉਣ ਦੀ। ਪਰ ਇਹ ਹਿੰਮਤ ਤੈਨੂੰ ਕਰਨੀ ਪਏਗੀ, ਸੌਖਾ ਨਹੀਂ ਹੈ। ਗੁਰੂ ਤੇ ਕੰਮ ਕਰਨ ਲਈ ਤਿਆਰ ਹੈ, ਸਾਡੇ ਵਾਸਤੇ ਛੱਡਣਾ ਬਹੁਤ ਔਖਾ ਹੈ ਗੁਰੂ ਤੇ ਭਰੋਸਾ ਕਰਨਾ। ਕਿਉਂਕਿ ਗੁਰੂ ਉਦੋਂ ਕੰਮ ਕਰਦਾ ਹੈ ਕਸਵੱਟੀ ਲਾ ਕੇ ਵੇਖ ਕੇ ਵੀ ਵਿਸ਼ਵਾਸ ਵੀ ਕਰਦਾ ਕਿ ਨਹੀਂ, ਭਰੋਸਾ ਵੀ ਕਰਦਾ ਕਿ ਨਹੀਂ। ਕਿਉਂਕਿ ਉਹਨੇ ਸਿੱਖ ਦੇ ਜੀਵਨ ਨੂੰ ਸ਼ੁੱਧ ਵੀ ਕਰਨਾ ਹੈ। ਤੇ ਜਿੰਨਾ ਚਿਰ ਭੈ ਦੀ ਅਗਨ ਨਹੀਂ ਬਲਦੀ ਅੰਦਰ, ਉਹਨਾਂ ਚਿਰ ਜੀਵਨ ਸ਼ੁੱਧ ਨਹੀਂ ਹੁੰਦਾ, ਉਹਨਾਂ ਚਿਰ ਪ੍ਰੇਮ ਪੈਦਾ ਨਹੀਂ ਹੁੰਦਾ। ਇਸ ਕਰਕੇ ਜਿੰਨਾ ਚਿਰ ਉਹਦੇ ਤੇ ਸੰਪੂਰਨ ਭਰੋਸਾ ਨਹੀਂ, ਵਿੱਚ ਵਿੱਚ ਕਿਤੇ ਕਿਤੇ ਸਤਿਗੁਰਾਂ ਵੱਲੋਂ ਸਾਡੇ ਤੇ ਬਖਸ਼ਾਂ ਹੁੰਦੀਆਂ ਤਾਂ ਕਿ ਇਹਨੂੰ ਭਰੋਸਾ ਵੱਜ ਜਾਏ ਵੀ ਤੇਰਾ ਗੁਰੂ ਹੈ ਸਮਰੱਥ। ਉਹ ਵਿੱਚ ਵਿੱਚ ਆਪਣੇ ਆਪ ਹੁੰਦੀਆਂ ਨੇ, ਪਰ ਬਾਅਦ ਵਿੱਚ ਫਿਰ ਗੁਰੂ ਦੇ ਚਰਨਾਂ ਦੇ ਉੱਤੇ ਜੀਵਨ ਆਪਣਾ ਸੌਂਪਣਾ ਪੈਂਦਾ, ਫਿਰ ਪੂਰਾ ਸਤਿਗੁਰੂ ਕਾਰਜ ਕਰਦਾ ਹੈ। ਇਸ ਕਰਕੇ ਕਹਿੰਦੇ ਕਾਹੇ ਰੇ ਮਨ ਚਿਤਵਹਿ ਉਦਮ, ਹੇ ਮੇਰੇ ਮਨ ਤੂੰ ਕਿਉਂ ਚਿੰਤਾ ਕਰਦਾ ਰਹਿੰਦਾ ਮਨ ਵਿੱਚ ਦਿਨ ਰਾਤ? ਜਾਂ ਆਹਰ ਹਰਿ ਜਿਉ ਭਰਿਆ, ਤੇਰਾ ਆਹਰ ਤੇਰਾ ਫਿਕਰ ਅਕਾਲ ਪੁਰਖ ਵਾਹਿਗੁਰੂ ਨੂੰ ਪਿਆ ਹੀ ਹੋਇਆ। ਫਿਰ ਉਦਾਹਰਨ ਦਿੱਤੀ, ਕਹਿੰਦੇ ਸੈਲ ਪੱਥਰ ਮਹਿ ਜੰਤ ਉਪਾਏ, ਤਾਂ ਕਾ ਰਿਜਕ ਆਗੇ ਕਰ ਧਰਿਆ। ਕਹਿਣ ਲੱਗੇ ਜਿਵੇਂ ਪੱਥਰਾਂ ਦੇ ਵਿੱਚ ਕੀੜੇ ਪੈਦਾ ਕਰ ਦਿੰਦਾ ਹੈ ਤੇ ਉੱਥੇ ਉਹਨਾਂ ਨੂੰ ਖਾਣ ਵਾਸਤੇ ਰਿਜਕ ਦਿੰਦਾ ਹੈ, ਉੱਥੇ ਉਹਨਾਂ ਦੀ ਪਾਲਣਾ ਕਰਦਾ ਹੈ। ਸਤਿਗੁਰੂ ਅੱਗੇ ਫਿਰ ਬਚਨ ਕਰਦੇ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੁਕੇ ਕਾਸ਼ਟ ਹਰਿਆ। ਕਹਿੰਦੇ ਅਕਾਲ ਪੁਰਖ ਵਾਹਿਗੁਰੂ ਵਿੱਚ ਤਾਂ ਇੰਨੀ ਤਾਕਤ ਹੈ, ਸਤ ਸੰਗ ਵਿੱਚ ਇੰਨੀ ਤਾਕਤ ਹੈ, ਉਹਦੇ ਨਾਮ ਵਿੱਚ ਇੰਨੀ ਸ਼ਕਤੀ ਹੈ ਕਿ ਉਹ ਸੁੱਕੀ ਹੋਈ ਲੱਕੜ ਨੂੰ ਹਰਾ ਕਰ ਸਕਦਾ ਹੈ। ਨਾਮ ਵਿੱਚ ਇਹ ਬਰਕਤਾਂ ਨੇ, ਕੋਈ ਲੱਕੜ ਸੁੱਕ ਜਾਏ ਬਿਲਕੁਲ। ਤਾਂ ਹੀ ਤੇ ਗੁਰੂ ਅਮਰਦਾਸ ਪਾਤਸ਼ਾਹ ਨੇ ਕਿਹਾ, ਕਈ ਵਾਰੀ ਅਸੀਂ ਸੋਚਦੇ ਹਾਂ, ਕਈ ਵਾਰੀ ਆਪਾਂ ਵਿਚਾਰਦੇ ਹਾਂ ਵੀ ਇਹ ਕੰਮ ਹੋ ਸਕਦਾ ਕਿ ਨਹੀਂ, ਗੁਰੂ ਕੋਲੋਂ ਇਹ ਕਾਰਜ ਹੋ ਸਕਦਾ ਕਿ ਨਹੀਂ। ਸਤਿਗੁਰੂ ਕਹਿੰਦੇ ਖਿਆਲ ਛੱਡ, ਹੋ ਸਕਦਾ ਕਿ ਨਹੀਂ। ਉਹ ਕੰਮ ਹੀ ਨਹੀਂ ਦੁਨੀਆ ਦਾ ਜਿਹੜਾ ਪਰਮਾਤਮਾ ਨਹੀਂ ਕਰ ਸਕਦਾ। ਜੋ ਕਦੀ ਸੋਚਿਆ ਵੀ ਨਹੀਂ ਸੀ, ਵਿਚਾਰਿਆ ਵੀ ਨਹੀਂ ਸੀ, ਜਿਹਨੂੰ ਮਨ ਮੰਨਦਾ ਹੀ ਨਹੀਂ ਕਿ ਇਸ ਤਰ੍ਹਾਂ ਹੋ ਸਕਦਾ, ਉਹਦੇ ਵਿੱਚ ਤੇ ਇੰਨੀ ਸਮਰੱਥਾ ਹੈ। ਕਬੀਰ ਸਾਹਿਬ ਕਹਿੰਦੇ ਜਲ ਤੇ ਥਲ ਕਰ, ਥਲ ਤੇ ਕੂਆ, ਕੂਪ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਿਰਾਵੇ। ਇਹ ਉਹਦੀਆਂ ਖੇਡਾਂ ਨੇ। ਚਾਹੇ ਤੇ ਧਰਤੀ ਤੋਂ ਆਕਾਸ਼ ਤੇ ਚੜਾਦਾ, ਚਾਹੇ ਤੇ ਆਕਾਸ਼ ਤੋਂ ਧਰਤੀ ਤੇ ਸਿੱਟਦਾ। ਉਹਦੀ ਇੰਨੀ ਸਮਰੱਥਾ ਹੈ, ਇੰਨਾ ਬੇਅੰਤ ਹੈ। ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਿਰਾਵੇ। ਇਹ ਉਹਦੇ ਵਿੱਚ ਬਰਕਤਾਂ ਨੇ। ਇਸ ਕਰਕੇ ਤੂੰ ਉਹਦੀ ਬਰਕਤ, ਉਹਦੀ ਸ਼ਕਤੀ ਤੇ ਭਰੋਸਾ ਕਰ। ਹਜ਼ੂਰ ਕਹਿੰਦੇ ਮੇਰੇ ਮਾਧੋ ਜੀ
ਸਤ ਸੰਗਤ ਮਿਲੇ। ਸਤ ਸੰਗਤ ਦਾ ਮਤਲਬ ਅਕਾਲ ਪੁਰਖ ਦੇ ਨਾਮ ਨਾਲ ਗੁਰੂ ਕੀ ਸੰਗਤ ਵਿੱਚ ਮਿਲ ਕੇ ਸੋ ਤਰਿਆ ਉਸ ਜੀਵਨ ਵਿੱਚ ਤਰ ਜਾਂਦਾ ਹੈ। ਹਜ਼ੂਰ ਕਹਿੰਦੇ ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ। ਕਾਸ਼ਟ ਦੇ ਅਰਥ ਨੇ ਲੱਕੜ। ਉਹਦੇ ਵਿੱਚ ਇੱਕ ਕਿਰਪਾ ਹੈ, ਇੰਨੀਆਂ ਬਖਸ਼ਾਂ ਹਨ ਕਿ ਜੋ ਕਰਨ ਤੇ ਆ ਜਾਏ ਸੁੱਕੀਆਂ ਹੋਈਆਂ ਲੱਕੜਾਂ ਨੂੰ, ਜਿਨ੍ਹਾਂ ਦੀ ਕੋਈ ਜੜ ਨਹੀਂ, ਜਿਸ ਲੱਕੜ ਦੀ ਕੋਈ ਜੜ ਨਹੀਂ, ਬਿਨਾਂ ਜੜ ਤੋਂ ਪੱਤੇ ਬਣਾ ਦੇ, ਜਿਹਦੀ ਕੋਈ ਜੜ ਹੈ ਹੀ ਨਹੀਂ, ਇਹ ਮੰਨਣ ਵਿੱਚ ਨਹੀਂ ਆਏਗਾ। ਇਹ ਉਦਾਹਰਨਾਂ ਤਾਂ ਦਿੱਤੀਆਂ ਨੇ ਕਿ ਸੁੱਕੀ ਲੱਕੜ ਹਰੀ ਹੋ ਸਕਦੀ ਏ। ਇਹਦਾ ਸਿਰਫ ਇਹ ਕਾਰਨ ਹੈ ਕਿ ਸਤਿਗੁਰੂ ਕਹਿਣਾ ਚਾਹੁੰਦੇ ਜੋ ਤੂੰ ਨਹੀਂ ਸੋਚ ਸਕਦਾ ਅਕਾਲ ਪੁਰਖ ਵਾਹਿਗੁਰੂ ਉਹ ਵੀ ਵਰਤਾ ਦਿੰਦਾ ਹੈ। ਜੋ ਕਦੀ ਤੇਰੇ ਸੋਚ ਮੰਡਲ ਵਿੱਚ ਆਏ ਨਹੀਂ, ਸਮਝ ਵਿੱਚ ਵੀ ਨਹੀਂ ਆਇਆ, ਤੂੰ ਮੰਨੇ ਹੀ ਨਹੀਂ ਜਿਸ ਚੀਜ਼ ਨੂੰ ਕਦੀ ਹੋ ਸਕਦਾ। ਇਸ ਕਰਕੇ ਅੱਜ ਕੱਲ੍ਹ ਬਹੁਤ ਸਾਰੇ ਲੋਕ ਕਹਿੰਦੇ ਮੰਨਣ ਵਿੱਚ ਨਹੀਂ ਆਉਂਦੀ ਗੱਲ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹੋ, ਕਹਿੰਦੇ ਮੰਨਣ ਵਿੱਚ ਨਹੀਂ ਆਉਂਦੀ, ਇਸ ਤਰ੍ਹਾਂ ਹੋ ਸਕਦਾ। ਸਤਿਗੁਰੂ ਕਹਿੰਦੇ ਪਰਮਾਤਮਾ ਉਹ ਵੀ ਕਰ ਸਕਦਾ ਜੋ ਮੰਨਣ ਵਿੱਚ ਨਹੀਂ ਆਉਂਦਾ, ਜੋ ਸਾਡੀ ਬੁੱਧੀ ਤੋਂ ਪਾਰ ਦੀਆਂ ਗੱਲਾਂ ਨੇ। ਇਸ ਕਰਕੇ ਹਜ਼ੂਰ ਸੱਚੇ ਪਾਤਸ਼ਾਹ ਜੀ ਫਿਰ ਅੱਗੇ ਉਦਾਹਰਨਾਂ ਦਿੰਦੇ, ਜਨਨ ਪਿਤਾ ਲੋਕ ਸੁਤ ਬਨਤਾ ਕੋਏ ਨਾ ਕਿਸ ਕੀ ਧਰਿਆ। ਜਨਨ ਪਿਤਾ, ਜਨਨ ਦੇ ਅਰਥ ਨੇ ਮਾਤਾ, ਲੋਕ ਇਹ ਸਾਰਾ ਜਗਤ, ਸੁਤ ਪੁੱਤਰ ਤੇ ਬਨਤਾ ਇਸਤਰੀ, ਕੋਈ ਨਾ ਕਿਸ ਕੀ ਧਰਿਆ, ਇਹਨਾਂ ਦੇ ਆਧਾਰ ਤੇ ਕੋਈ ਵੀ ਨਹੀਂ। ਵੈਸੇ ਜਗਤ ਦੇ ਵਿੱਚ ਇਹ ਸਾਰੇ ਸਹਾਰੇ ਨੇ, ਪਰ ਹਜ਼ੂਰ ਕਹਿੰਦੇ ਇਹਨਾਂ ਦੇ ਸਹਾਰੇ ਤੇ ਵੀ ਨਹੀਂ ਤੂੰ। ਤੈਨੂੰ ਅਕਾਲ ਪੁਰਖ ਨੇ ਪੈਦਾ ਕੀਤਾ, ਜੇ ਤੂੰ ਉਹਦਾ ਨਾਮ ਜਪੇਗਾ ਤੇਰੇ ਅੰਦਰ ਭਾਗ ਹੋਣਗੇ ਤੇ ਇਹਨਾਂ ਨੇ ਵੀ ਤਾਂ ਹੀ ਕੰਮ ਦੇਣਾ ਤੈਨੂੰ। ਮਾਤਾ ਪਿਤਾ ਨੇ, ਪੁੱਤਰ ਨੇ, ਇਸਤਰੀ ਨੇ, ਭਰਾਵਾਂ ਨੇ। ਨਹੀਂ ਤੇ ਜੇ ਅੰਦਰ ਭਾਗ ਨਹੀਂ, ਤੁਸੀਂ ਕਈ ਵਾਰੀ ਵੇਖੋਗੇ ਪੁੱਤਰ ਕੋਲ ਹੈ ਪਰ ਭਾਗ ਤੋਂ ਬਿਨਾਂ ਉਹ ਵੀ ਪ੍ਰਸ਼ਾਦਾ ਦੇਣ ਨੂੰ ਤਿਆਰ ਨਹੀਂ ਹੈ। ਇਹ ਬਹੁਤ ਵੱਡਾ ਕਾਰਨ ਹੈ। ਤੁਸੀਂ ਕਈ ਵਾਰੀ ਵੇਖੋਗੇ ਇੱਕ ਮਾਂ-ਬਾਪ ਦੇ 4 ਪੁੱਤਰ ਨੇ, ਚਾਰਾਂ ਦੇ ਵਿੱਚੋਂ ਮਾਂ-ਬਾਪ ਇੱਕ ਨਾਲ ਸਨੇਹ ਕਰਦਾ, ਤਿੰਨਾਂ ਨਾਲ ਨਹੀਂ ਕਰਦਾ। ਆਮ ਹੀ ਘਰਾਂ ਵਿੱਚ ਇਹ ਬਹੁਤ ਵੱਡਾ ਵਿਵਾਦ ਹੈ। ਇੱਕ ਨਾਲ ਪਿਆਰ ਕਰਦਾ, ਚਾਹੁੰਦਾ ਵੀ ਜੋ ਕੁਝ ਮੇਰੇ ਕੋਲ ਹੈ ਉਹ ਮੈਂ ਇੱਕ ਨੂੰ ਦੇ ਦਿਆਂ, ਪਰ ਦੂਜਿਆਂ ਨਾਲ ਸਨੇਹ ਨਹੀਂ ਕਰਦਾ, ਦੂਜਿਆਂ ਨਾਲ ਲਗਾਅ ਨਹੀਂ। ਇਹਦਾ ਬਹੁਤ ਵੱਡਾ ਇੱਕ ਕਾਰਨ ਹੁੰਦਾ ਕਿ ਉਹ ਜਿਹੜੇ 4 ਪੁੱਤਰ ਨੇ ਉਹਨਾਂ ਦੀ ਭਾਗ ਲੜੀ ਵਿੱਚ ਫਰਕ ਹੈ। ਭਾਗ ਲੜੀ ਦੇ ਆਧਾਰ ਤੇ ਇੱਥੇ ਮਿਲਦਾ ਹੀ ਹੋਵੇ। ਤੁਸੀਂ ਬਾਣੀ ਪੜ੍ਹ ਕੇ ਵੇਖੋ, ਹਜ਼ੂਰ ਕਹਿੰਦੇ ਸੰਜੋਗ ਵਿਜੋਗ ਦੋਇ ਕਾਰ ਚਲਾਵਹਿ, ਲੇਖੇ ਆਵੈ ਭਾਗ। ਜਿਹੜਾ ਭਾਗ ਹਿੱਸੇ ਵਿੱਚ ਆਇਆ, ਲੇਖੇ ਵਿੱਚ ਲਿਖਿਆ ਹੋਇਆ ਨਾ, ਸਾਨੂੰ ਉਹ ਹੀ ਮਿਲੇਗਾ। ਫਿਰ ਜਦੋਂ ਭਾਗ ਵਿੱਚ ਹੋਵੇ ਫਿਰ ਸਾਰੇ ਨਜ਼ਦੀਕੀ ਬਣ ਜਾਂਦੇ ਨੇ, ਸਾਰੇ ਆਪਣੇ ਬਣ ਜਾਂਦੇ, ਹਰ ਇੱਕ ਕਹਿੰਦਾ ਵੀ ਮੇਰਾ ਹੈ ਮੇਰਾ ਹੈ। ਗੱਲ ਮਨੁੱਖ ਤੇ ਖੜੀ ਏ, ਸੰਸਾਰ ਤੇ ਨਹੀਂ। ਨਾ ਮਾਂ-ਬਾਪ ਕੁਝ ਦੇ ਸਕਦਾ, ਨਾ ਪਤਨੀ ਪੁੱਤਰ ਕੁਝ ਦੇ ਸਕਦਾ, ਨਾ ਮਿੱਤਰ ਕੁਝ ਦੇ ਸਕਦੇ ਨੇ। ਉਹ ਵੀ ਤਾਂ ਹੀ ਦਿੰਦੇ ਨੇ, ਉਹ ਸਾਧਨ ਤਾਂ ਬਣਦੇ ਨੇ, ਉਹਦੇ ਹਿੱਸੇ ਵਿੱਚ ਕੁਝ ਹੈ। ਉਹਨੇ ਕਿਤੇ ਕੋਈ ਪਰਮਾਤਮਾ ਦੇ ਦਰ ਤੇ ਚੰਗਿਆਈ ਕੀਤੀ ਹੈ। ਦਾਨ ਪਰਾ ਪੁਰਬੇਨ ਪੁਚੰਤੇ ਮੁਹੀਬ ਤੇ। ਪਰ ਇਹ ਵੱਖਰੀ ਗੱਲ ਹੈ, ਪੂਰਬਲੇ ਦਾਨ ਨੂੰ ਲੈ ਕੇ ਵਿਪਰੀਤ ਬੁੱਧੀਆਂ, ਕਿਤੇ ਗੁਰੂ ਕਿਰਪਾ ਕਰੇ ਦਾਤਾ ਮਿਲ ਕੇ ਬੁੱਧੀ ਵਿਪਰੀਤ ਨਾ ਹੋ ਜਾਏ, ਭ੍ਰਸ਼ਟ ਨਾ ਹੋ ਜਾਏ, ਪਰ ਬਹੁਤਿਆਂ ਦੀ ਹੁੰਦੀ ਹੈ। ਪਹਿਲਾਂ ਪੂਰਬਲੇ ਕਰਮਾਂ ਕਰਕੇ ਦਾਤਾਂ ਮਿਲਦੀਆਂ ਨੇ, ਪਰ ਉਹਨੂੰ ਭੁੱਲ ਹੀ ਜਾਂਦਾ ਵੀ ਇਹ ਦਾਤਾ ਉਹਦੀ ਬਖਸ਼ਿਸ਼ ਹੈ, ਤੇਰੇ ਭਾਗਾਂ ਵਿੱਚ ਉਹਨੇ ਪਾਈਆਂ, ਉਹਨੂੰ ਯਾਦ ਕਰ। ਫਿਰ ਬੁੱਧੀ ਭ੍ਰਿਸ਼ਟ ਹੋ ਜਾਂਦੀ, ਵਿਪਰੀਤ ਬੁੱਧੀਆਂ, ਬੁੱਧੀ ਵਿਪਰੀਤ ਹੋ ਗਈ। ਵਿਪਰੀਤ ਬੁੱਧੀਆਂ ਮਾਰਤ ਲੋਕਾ, ਫਿਰ ਲੋਕਾਂ ਦੇ ਹੱਕ ਖੋ ਖੋ ਕੇ ਖਾਂਦੇ ਨੇ, ਹੋਰ ਇਕੱਠਾ ਕਰੀ ਜਾਂਦੇ। ਤੇ ਇਸ ਤੋਂ ਬਾਅਦ ਨਾਨਕ ਚਿਰੰਕਾਲ ਦੁੱਖ ਭੋਗਤੇ, ਅਗਿਆਨ ਵਸ ਫਿਰ ਇਸ ਰਾਹ ਤੇ ਦੁੱਖਾਂ ਦੇ ਰਸਤੇ ਤੇ ਪੈ ਜਾਂਦੇ ਹਨ। ਇਸ ਕਰਕੇ ਸਭ ਤੋਂ ਸਟਰੋਂਗ ਮਨੁੱਖ ਦਾ ਭਾਗ ਹੈ। ਤੇ ਫਿਰ ਅਸੀਂ ਕਵਾਂਗੇ ਭਾਗ ਵਿੱਚ ਨਹੀਂ ਤੇ ਹੁਣ ਛੱਡੀਏ, ਕੀ ਲੋੜ ਹੈ। ਸਤਿਗੁਰੂ ਕਹਿੰਦੇ ਭਾਗ ਦੀ ਕਿਤਿਓਂ ਸ਼ੁਰੂਆਤ ਹੋਈ ਹੈ।
तू अपनी किस्मत अज भी लिख सकना है, शुरू कर सकना। वो किस्मत लिखी जानी है दो चीज़ों नाल, सेवा नाल ते सिमरन नाल। भाग लिखिया जाना इन्हां दोवां चीज़ों के नाल। खजाना बनेगा, भाग बनेगा। ठीक है अज करांगे, अज नहीं मिलेगा, साल तक नहीं मिलेगा, 10 साल तक नहीं मिलेगा, पर किते ना किते अंदर डूंघे थां ते उन्हें इकट्ठे होना शुरू हो जाना है। पर जे करांगे तो तां होवेगा। ये तां सतगुरु ने बचन कीते, कहन लगे चंगियाइयां बुरियाइयां वाचै धर्म हदूर, करमी आपो अपनी के नेड़े के दूर। किन्नी नेड़े ते किन्नी दूर हाँ, ये मनुख की अपनी भागशैली काम करती, प्रालबद्ध काम करती, उस तो वध कुछ भी नहीं। इस करके सब तो वड्डी कामयाबी का साधन अकाल पुरख वाहिगुरू का नाम है। उहदे नाल भाग उच्चे हुंदे ने, भागां दे विच दात टिकदी है ते मनुख हरीश हुंदा जांदा है, अंदरों बाहरों अमीर हुंदा जांदा है। पर एक बेनती जरूर नाल करनी चाहिए, सतगुरु इस कली जप तप साधना दे नाल सहमत नहीं कि जप तप करना ते धन इकट्ठा कर लेना। इहदे नाल कली नाल सहमत नहीं, एक दूजी चीज़ नाल है। कहंदे जिथे तू जप तप करके अपने भाग उच्चे करने तेनू माया मिल जाएगी, उत्थे नाल पूरे गुरु तो बुद्धि भी मंग, सिੱਖੀ वाली मत मंग। नहीं तो फिर मिलिया होया पदार्थ तेरे, जे बुद्धि ना तेरे विच गुरु की मत ना हुई, तू हंकारी हो जाएगा तो हंकारी होकर भ्रिष्ट हो जाएगा। फिर ये उस तो भी बड़ा दुख पैदा हो जाएगा। ये बहुत जरूरी है, क्योंकि ये धारणा आदि काल तो चली आउंदी है भी तप करो ते वर लवो परमात्मा तो। सारा इतिहास पुराना हिंदुस्तान का भरिया पिया ऋषियां मुनियां दा। तुसीं सारे वेद साखियां फोड़ के वेखो, दे विच की है, फलाना आदमी सी, उन्हें इस देवते की पूजा की, इन्ना चिर आराधना की मिलिया? वर श्राप देने की शक्ति आ गई, धन मिल गया, बादशाही मिल गई, लोग सत्कार करन लग पे। पर उहदे विच उन्हें बुद्धि नहीं मंगी, वो मत नहीं मंगी, ते सारा कुछ पा के हंकारी हो गया। आ जिन्ने वड्डे वड्डे लोग ने जिन्हां दे कोल धन बहुता है, गुरु ग्रंथ साहिब जी की बाणी अनुसार इन्हां ने किते ना किते जप तप किया है, किते ना किते धर्म का काम किया है, किते ना किते किसी प्यासे नूं पानी पियाया, किसी भुखे नूं भोजन खवाया, कुछ ना कुछ चंगियाई इन्हां कीती जिहदा फल अज इन्हां नूं धन मिलिया संसार का। पर हुण धन मिलिया ते धर्म नूं दरवाजियों बाहर कढ़ दिता ते कह दिता धर्म की तो लोड़ ही कोई नहीं, उत्ते गुरुद्वारा ही हुंदा है। हुण समझो भी वो धन जिहड़ा है जीवन की बर्बादी करेगा। उन्होंने सतगुरु कहते भोगंग ता रोगंग, हुण वो रोग बनेगा अगले समय विच, उन्हें हुण भटका देना इस दुनिया विच। इस तरह गुरु ग्रंथ साहिब पातशाह जी कल्ले इस जप तप दे विच हक विच नहीं कि कोई जपी तपी होवे, ऐश इशरत इकट्ठी कर लवे, चंगियाइयां लोगों तो वडियाई करा लवे, 4 दिन झंडे झुल जाण ते खाली हथ होके चला जाए। हजूर कहते जिथे तू जप तप ताकत वास्ते करना, उत्थे सिੱਖੀ वास्ते भी कर, गुरसिੱਖੀ भी कमा। ये नहीं भी कोई कहेगा भी मैं इन्ने दिन नंगे पैरी गुरुद्वारे आया जी, मैनू जॉब मिल गई। जॉब तो मिल गई, सिੱਖੀ मिली कि नहीं? सवाल तो भी है ना। जे नंगे पैरी आया तो 40 दिन आया जां 50 दिन आया जां 2 महीने आया, तो नाल एक यतन करदा भी मैं इन्ने दिनां दे विच जपजी साहिब दा पाठ जुबानी याद करना है, कंठ करना है, तो हर रोज़ करांगा। हुण उधरों पूरे गुरु ने दात भी दे दी, जॉब भी मिल गई, तो पर नाल सिੱਖੀ भी मिल गई। हुण सवेरे जपजी साहिब पढ़ के जाता है, जीवन दे विच बैलेंस आ गया, दोवें चीज़ां आ गई। जे असी इक्को चीज़ मंगांगे, वो सानू फिर थोड़े समय बाद नुकसानदेह हो जाएगी। सानू उहदे वास्ते सतगुरु कहंदे 2 कारज इकट्ठे मंगने चाहिए ने। जिथे तू संसार की दात मंगनी, उत्थे अकाल पुरख वाहिगुरू का नाम भी मंगिया कर। इस करके कहंदे जनन पिता लोक सुत बनता, कोई ना किसकी धरिया, ये तेरे आधार नहीं, तेनू देण वाला अकाल पुरख वाहिगुरू है।
हजूर कहंदे सिर सिर रिजक संभाहे ठाकुर काहे मन भौ करया। हे मेरे मना, तू क्यों अंदरों सुकी जाना है, क्यों डरी जाना है? हर एक जीव का रिजक उन्हें जगत विच पहला पैदा किया ते जीव नूं बाद विच पैदा किया। उन्हें बनाया तेरे वास्ते, तेरी पालना वास्ते तो उन्हें बहुत कुछ दिता है, पर तू जिहड़ा ढेर ला के उत्ते बहना चाहना चौंकड़ा मार के, ये उन्हें नहीं दिता। ये तेरा नुक्स है, नुक्स तेरा ही है। सहज सुभाए तेनू जिहड़ा मिले वो रखी रख, ईमानदारी नाल तुर के। पर तेरे गुजारे वास्ते तो उन्हें इत्थे तेरे जन्म लैण तो पहला कई कुछ वेखो, इत्थे पानी पैदा किया, जिथे जीव पैदा किए उत्थे पानी भी, आ जिहड़े ग्रहां ते कोई लोग जीव ने उत्थे पानी कोई नहीं है। इत्थे उन्हें जीव पैदा किए ते धरती दे नाल नाल ऑक्सीजन पैदा कर दी, क्योंकि उन्होंने पता सी इन्हूं श्वास भी देना। ते जिन्हें पानी पैदा किया, जिन्हें ऑक्सीजन पैदा की है, बाकी दे प्रबंध भी वो करता है, पर सानू उहदे उत्ते भरोसा नहीं है। इस करके सतगुरु कहंदे काहे मन पौ करया। तू अपने मन विच दिन रात डरी जाना है, अपने जीवन बारे भी की बनेगा। इस थां ते तू वाहिगुरू दा सिमरन करया कर, इस डर दे थां ते, फिर ये तेरे कारजां दे विच सहाई होवेगा। हजूर ने फिर उदाहरणा दित्तियां, ऊडे ऊड आवै सै कोसां। कोसां दे अर्थ ने कोहां तो, ऊडा ऊड उड़ के आउंदियां हन। कौन? आ कूंजां जिहड़ियां हन, बड़ी बड़ी दूर तो उड़ के जांदियां ने, बर्फ के घरां विच अपने बच्चे छड्ड। ऊडा ऊड आवै सै कोसां तिस पाछे बचरे शरिया, अपने बच्चे पिछे छड्ड जांदियां ने, ते बड़ी दूर जाके गर्म इलाकिਆਂ ਵਿੱਚ ठंड तो बचन वास्ते वो कूंजां रहिंदियां ने। उन्हां दे बच्चे इत्थे रह जांदे ने बर्फ विच। सतगुरु कहंदे तिन कवन खिलावै, उन्हां नूं इत्थे कौन खवाउंदा है? कवन चुगावै, कौन उन्हां नूं चोगा पाउंदा इत्थे? पर वो किवें पलदे ने? कहंदे मन मह सिमरन करया। क्योंकि वो जिहड़ियां कूंजां ने वो हज़ारां मील ते जाके उत्थे जदों दाणा चुगदियां ना, ते दाणा चुगदियां नाल अपने बच्चे नूं याद करदियां ने। सिमरन दा अर्थ याद। जदों याद करदियां ने, दाणा ते वो खांदियां ने, पर उस दाणे दा जिहड़ा रजेवा है ना, जिहड़ी तृप्ति, वो उन्हां दे बच्चिआं नूं मिल जांदी है। एक सिद्ध कीता होया विग्यान है। ध्यान द्वारा, ध्यान द्वारा भोजन पहुँचता है मनुख नूं। ध्यान बड़ी शक्तिशाली चीज़ है। सिमरन द्वारा बहुत कुछ पहुँच सकता है। इस करके कुछ सज्जन कहते ने भी जिहड़ा जीव चला गया उहदे पिछों पाठ करन दी की लोड़ है, कल ही मैनूं इत्थे कुछ मिले। क्योंकि बड़े लोग भटकाए हुए ने, बड़े साडे ज्ञानवान आउंदे ने अध पढ़े, वो कहते ने जी ये तो कोई लोड़ नहीं, बाद विच ना कीर्तन दी, ना कथा दी, ना पाठ दी, तो सारा कहते कर्म कांड सिखा के चले जाते हैं। गुरु ग्रंथ साहिब जी नूं पढ़े नहीं। इस मन दे विच इन्नी ताकत है कि जे एक कूंज हज़ारां सालां तो दाणा मूँह विच पांदी है, तो हज़ारां मीलां ते उहदे बच्चे नूं असर जांदा उहदा, उस दाणे दा, सूक्ष्म दा। ते जे किसी दी याद विच कोई बह के शब्द नाल जुड़ेगा, नाम नाल जुड़ेगा, तो कोई अतकथ नहीं, उस शब्द का असर भी अगे जरूर जाएगा, प्रभाव पैंदा है। क्योंकि सिमरन का संबंध शरीर नाल नहीं ना, शरीर ही छुट्टिया ना। अंतिशकरण तो उहदे कोल है जिहदा शरीर छुट गया। इस करके विज्ञान है, दोवां दा शरीर है। एक माँ दाना चुगदी है, बच्चे नूं मिलदा है, शरीर है दोवां दा, उन्होंने तृप्ति मिलती। दूजे पासे एक जीव गुजर गया, शरीर त्याग गया, तो दूजा इत्थे बह के सिमरन करदा ध्यान द्वारा। जिहड़ा अगला है उहदा शरीर ते कोई नहीं, ये तो ठीक है, उत्थे भोजन ते नहीं उन्होंने पहुँच सकता, पर सिमरन पहुँच सकता है, क्योंकि सिमरन ध्यान का विषय है, शरीर का नहीं है। इस करके सतगुरु कहंदे सब निधान दस अष्ट सिधान ठाकुर कर तल धरिया। सारे निधान खजाने
ਤੇ ਅਸ਼ਟ ਸਿੱਧੀਆਂ 9 ਨਿਧੀਆਂ ਅਕਾਲ ਪੁਰਖ ਨੇ ਉਹਨਾਂ ਲੋਕਾਂ ਦੇ ਹੱਥਾਂ ਤੇ ਰੱਖ ਦਿੱਤੀਆਂ ਜਾਂ ਉਹਦੇ ਹੱਥਾਂ ਤੇ ਹਨ। ਜਨ ਨਾਨਕ ਬਲ ਬਲ ਸਦ ਬਲ ਜਾਈਐ, ਤੇਰਾ ਅੰਤ ਨਾ ਪਾਰਾ ਵਰਿਆ। ਐਸੇ ਅਕਾਲ ਪੁਰਖ ਵਾਹਿਗੁਰੂ ਤੋਂ ਸਤਿਗੁਰੂ ਕਹਿੰਦੇ ਸਦਾ ਬਲਹਾਰ ਜਾਣਾ ਚਾਹੀਦਾ ਹੈ, ਜਿਹੜਾ ਇਸ ਜਗਤ ਦੇ ਸਾਰੇ ਜੀਵਾਂ ਦੀ ਪਾਲਣਾ ਕਰਨ ਵਾਲਾ ਹੈ ਔਰ ਚਿੰਤਾ ਮਿਟਾਉਣ ਵਾਲਾ ਰੇਖ ਦਾਤਾ ਹੈ। ਸੋ ਵਿਚਾਰਾਂ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ